श्री वाहिगुरु जी। भुगत ज्ञान दया भंडारण, घट घट वाजे नाद। आप नाथ नाथी सब जां की, रिद सिद्ध अवरा साध। संजोग विजोग दोए कार चलावे, लेखे आवे भाग। आदेश तिसे आदेश, आद अनील अनाद अनाहत। जुग जुग एको वेश, आद अनील अनाद अनाहत। जुग जुग एको वेश। वाहिगुरु जी का खालसा, वाहिगुरु जी की फतेह। गुरु प्यारी गुरु सवारी साध संगत जी, ਜਿਹੜੀ ਆਪਾਂ ਜਪਜੀ ਸਾਹਿਬ ਦੀ ਕਥਾ ਆਰੰਭ ਕੀਤੀ ਹੋਈ ਆ, ਮਾਰ ਕਿਰਪਾ ਕਰ ਰਹੇ ਨੇ, ਆਪ ਹੀ ਰਹਿਮਤਾਂ ਬਖਸ਼ਾਂ ਕਰਕੇ। ਜਿਉਂ ਬੁਲਾਵੇ ਤਿਉਂ ਬੋਲਾਂ स्वामी, ਕੁਦਰਤ ਕੌਣ ਹਮਾਰੀ। ਇਸ ਜੀਵ ਦੀ ਕੀ ਪਾਇਆ ਵਾ ਕਿ ਗੁਰੂ ਕੀ ਬਾਣੀ ਦੀ ਵਿਆਖਿਆ ਕਰ ਸਕੇ। ਇਹ ਤੇ ਗੁਰੂ ਕਿਰਪਾ ਆਪ ਹੀ, ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਆਪ ਹੀ ਸਮੱਤ ਬਖਸ਼ਣ, ਆਪ ਹੀ ਰਹਿਮਤਾਂ ਕਰਨ, ਤਾਂ ਇਹ ਪਵਿੱਤਰ ਬਾਣੀ ਰੱਬੀ ਬਾਣੀ ਦੀ ਵਿਆਖਿਆ ਕੋਈ ਕਰ ਸਕਦਾ ਹੈ। ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਸਮਝਣਾ ਕੋਈ ਸੌਖੀ ਬਾਤ ਨਹੀਂ ਆ। ਪਰ ਜਿਹੜਾ ਗੁਰੂ ਕਿਰਪਾ ਕਰੇ ਜਿਸ ਦੇ ਉੱਤੇ, ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਆਪਣਾ ਪਿਆਰ ਬਖਸ਼ ਦਿੰਦੇ ਨੇ, ਉਹ ਆਪਣਾ ਕੁਝ ਨਾ ਕੁਝ ਗੁਰੂ ਦੀ ਬਾਤ ਨੂੰ ਸਮਝਣ ਵਿੱਚ ਸਫਲ ਹੋ ਜਾਂਦੇ ਨੇ। ਆਪਾਂ ਕੱਲ ਵਿਚਾਰ ਕਰ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਜੋਗੀ ਕਹਿਣ ਦਏ ਆ ਕਿ ਤੁਸੀਂ ਸਾਡੇ ਧਰਮ 'ਚ ਆਓ, ਨਾਥ ਬਣ ਜਾਓ। ਮਰ ਕਹਿੰਦੇ ਅਸੀਂ ਜੋਗੀ ਹਾਂ। ਕੁਝ ਸਵਾਲ ਕਰਦੇ ਨੇ, ਤੁਹਾਡੇ ਕੰਨ ਵਿੱਚ ਮੁੰਦਰਾਂ ਨਹੀਂ ਹੈ। ਸਭ ਕਹਿੰਦੇ ਇਹ ਸਰੀਰ ਦੀ ਕਿਰਿਆਵਾਂ, ਮੁੰਦਰਾਂ, ਡੰਡਾ, ਝੋਲੀ, ਸਵਾਹ, ਹੋ ਸਕਦਾ ਇਹਨੂੰ ਕੋਈ ਸਰੀਰ ਦੇ ਨਾਲ ਲਾਭ ਪ੍ਰਾਪਤ ਹੋਵੇ। ਜਿੱਦਾਂ ਸਾਡੇ 5 ਕਕਾਰ ਨੇ, ਕੰਘਾ ਏ, ਕਛਹਿਰਾ ਏ, ਕਿਰਪਾਨ ਹੈ, ਕੜਾ ਹੈ। ਇਹ ਕੋਈ ਸਰੀਰ ਵਾਸਤੇ ਤੇ ਹੋ ਸਕਦੇ ਆ, ਕੋਈ ਧਰਮ ਨਹੀਂ ਆਏ। ਇਹਨੂੰ ਅਸੀਂ ਧਰਮ ਨਹੀਂ ਮੰਨ ਸਕਦੇ ਵੀ ਮੈਂ ਕਿਰਪਾਨ ਫੜ ਲਈ ਤੇ ਕਿਰਪਾਨ ਫੜਨਾ ਹੀ ਕੋਈ ਧਰਮ ਵਾ। ਤੇ ਇਹ ਕੋਈ ਜੋਗੀ ਦਾ, ਇਹ ਕੋਈ ਜੋਗ ਨਹੀਂ ਹੈ ਵੀ ਡੰਡਾ ਫੜ ਲਿਆ ਤੇ ਕੋਈ ਵਾਕਿਆ ਕੋਈ ਜੋਗੀ ਹੋ ਗਿਆ। ਜੇ ਡੰਡਾ ਫੜ ਕੇ ਜੋਗੀ ਨਹੀਂ ਹੋ ਸਕਦਾ ਤੇ ਕਿਰਪਾਨ ਫੜ ਕੇ ਕੋਈ ਸਿੱਖ ਵੀ ਨਹੀਂ ਹੋ ਸਕਦਾ। ਸਾਹਿਬ ਨੇ ਕਿਹਾ ਸੀ ਕਿ ਜੋਗ ਨਾ ਖਿੰਥਾ ਜੋਗ ਨਾ ਡੰਡਾ। ਡੰਡੇ ਫੜਨਾ ਕੋਈ ਜੋਗੀ ਥੋੜਾ ਬਣ ਜਾਂਦਾ ਹੈ। ਫਿਰ ਮੈਂ ਕਹਿੰਦੇ ਜੀ ਤੇ ਕਿਰਪਾਨ ਫੜਨਾ ਕੋਈ ਸਿੱਖ ਥੋੜਾ ਬਣ ਜਾਂਦਾ ਹੈ।
ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਤੇ ਉਹ ਆ ਜਿਹੜਾ ਗੁਰੂ ਦੀ ਵਿਚਾਰ 'ਚ ਜੀਂਦਾ ਹੈ। ਜਿਹੜੀ ਗੁਰੂ ਦੀ ਵਿਚਾਰ ਨਾਲ ਜੁੜਿਆ ਹੋਇਆ ਹੈ ਸਿੱਖ ਤਾਂ ਉਹ। ਕਿਰਪਾਨ ਤੇ ਕੋਈ ਵੀ ਫੜ ਸਕਦਾ ਹੈ, ਤੇ ਕਿਰਪਾਨਾਂ ਫੜ ਕੇ ਕੋਈ ਸਿੱਖ ਥੋੜਾ ਕੋਈ ਬਣ ਸਕਦਾ। ਤੇ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਜੋਗੀ ਬਣ ਜਾਓ, ਸਾਹਿਬ ਕਹਿਣ ਲੱਗੇ ਅਸੀਂ ਜੋਗੀ ਆ। ਕਹਿੰਦੇ ਤੁਹਾਡੇ ਕੰਨ ਵਿੱਚ ਮੁੰਦਰਾਂ ਨਹੀਂ ਹੈ। ਸਾਹਿਬ ਕਹਿੰਦੇ ਅਸੀਂ ਮੁੰਦਰਾਂ ਪਾਈਆਂ ਹੋਈਆਂ ਵਾ। ਮੁੰਦਾ ਸੰਤੋਖ, ਸਾਡੇ ਕੋਲ ਸੰਤੋਖ ਦੀਆਂ ਮੁੰਦਰਾਂ ਨੇ। ਧਰਮੀ ਬੰਦਾ ਸੰਤੋਖੀ ਹੁੰਦਾ ਹੈ। ਸੇਵ ਕੀਤੀ ਸੰਤੋਖ ਹੀ। ਧਰਮੀ ਬੰਦਾ ਸੇਵਾਦਾਰ ਹੁੰਦਾ ਹੈ, ਤੇ ਜਿਹੜਾ ਸੇਵਾਦਾਰ ਹੁੰਦਾ ਹੈ ਉਹ ਸੰਤੋਖੀ ਹੁੰਦਾ ਹੈ। ਭਾਈ ਗੁਰਦਾਸ ਨੇ ਬੜਾ ਲੰਮਾ ਵਿਆਖਿਆ ਕੀਤੀ ਉਸ ਦੀ ਕਿ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪੌਖ ਹੋਵਣਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੌਵਣਾ। ਪੀਣ ਹੋਏ ਜਦੀਦ ਪਾਣੀ ਢੋਵਣਾ। ਸੇਵਕ ਦੀ ਲੰਮੀ ਵਿਆਖਿਆ ਕੀਤੀ ਹੈ। ਸਾਹਿਬ ਕਹਿਣ ਲੱਗੇ ਅਸੀਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ ਵਾ। ਕਹਿਣਗੇ ਸੰਤੋਖ ਕਿੱਥੋਂ ਆਉਂਦਾ ਬੰਦੇ ਨੂੰ? ਅਸੀਂ ਤਾਂ ਘਰ-ਬਾਰ ਛੱਡੇ ਹੋਏ ਨੇ, ਤੇ ਤਾਂ ਵੀ ਤ੍ਰਿਸ਼ਨਾ ਪਾਸ ਨਹੀਂ ਛੋੜਈ ਬਰਾਗੀ ਅੜੇ। ਘਰ-ਬਾਰ ਛੱਡਣ ਦੇ ਬਾਅਦਾਂ ਵੀ ਸੰਤੋਖ ਨਹੀਂ ਸਾਨੂੰ ਆਇਆ, ਤੇ ਤੁਸੀਂ ਕਹਿੰਦੇ ਅਸੀਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ। ਮੁੰਦਾ ਸੰਤੋਖ। ਕਹਿਣ ਲੱਗੇ ਤੁਸੀਂ ਕਰਦੇ ਹੋ ਯੋਗ ਸਾਧਨਾ, ਤੁਸੀਂ ਕਿਰਿਆ ਕਰਦੇ ਹੋ ਸਰੀਰ ਦੀ, ਤੁਸੀਂ ਕਰਦੇ ਹੋ ਹੋਰ ਤਰੀਕੇ ਨਾਲ, ਤੇ ਜਿਹੜਾ ਸਾਡੇ ਕੋਲ ਸੰਤੋਖ ਪੁੱਛਿਆ ਤੁਸੀਂ, ਤੁਹਾਨੂੰ ਸੰਤੋਖ ਕਿੱਥੋਂ ਆਇਆ ਵਾ? ਮੈਂ ਕਹਿੰਦਾ ਸੁਣਿਆ ਸਤ ਸੰਤੋਖ ਗਿਆਨ। ਅਸੀਂ ਰੱਬ ਦਾ ਨਾਮ ਸੁਣਦੇ ਆ। ਤੇਰਾ ਸੱਦੜਾ ਸੁਨੀਜੇ ਭਾਈ ਜੇ ਕੋ ਬਹਿ ਲਾਏ। ਜਿੱਥੇ ਕੋਈ ਬੈਠ ਕੇ ਰੱਬ ਦਾ ਨਾਮ ਜਪ ਰਿਹਾ ਹੈ ਨਾ, ਸਾਹਿਬ ਕਹਿੰਦੇ ਅਸੀਂ ਉੱਥੇ ਜਾ ਕੇ ਬਹਿ ਜਾਂਦੇ ਹਾਂ। ਤੇਰਾ ਸੱਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ। ਜਿਹੜਾ ਜਿੱਥੇ ਕੋਈ ਬੈਠ ਕੇ ਗੁਰੂ ਕੀ ਬਾਣੀ ਜਪ ਰਿਹਾ, ਮਰ ਕਹਿੰਦੇ ਤੁਸੀਂ ਅਸੀਂ ਉੱਥੇ ਬਹਿ ਜਾਂਦੇ ਹਾਂ। ਉਹ ਜਿਹੜਾ ਭਾਈ ਗੁਰਦਾਸ ਨੇ ਨਹੀਂ ਲਿਖਿਆ ਕਿ ਸੁਖ ਰਾਜੇ ਹਰੀ ਚੰਦ ਘਰ। ਹਾਲਾਂਕਿ ਬਾਣੀ ਨੇ ਰਾਜਿਆਂ ਨੂੰ ਦੁਖੀ ਮੰਨਿਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਭਾਈ ਗੁਰਦਾਸ ਜੀ ਕਹਿੰਦੇ ਕਿ ਰਾਜਾ ਸੁਖੀ ਵੀ ਹੋਇਆ। ਉਹ ਕਿਵੇਂ ਸੁਖੀ ਹੋਇਆ? ਉਹ ਬਾਣੀ ਸੁਣਦਾ ਸੀ। ਤੇਰਾ ਸੱਦੜਾ ਸੁਨੀਜੇ ਭਾਈ ਜੇ ਕੋ ਬਹਿ ਲਾਏ। ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾਂ ਲੋਚਨ ਰਾਣੀ। ਸਾਰ ਸੰਗਤ ਮਿਲ ਜਾਨ ਗਾਉਂਦੇ ਰਾਤੀ ਜਾਏ ਸੁਣੇ ਗੁਰਬਾਣੀ। ਬੈਠ ਕੇ ਬਾਣੀ ਸੁਣੋ। ਜੋਗੀ ਕਹਿੰਦੇ ਤੁਹਾਨੂੰ ਸੰਤੋਖ ਕਿੱਥੋਂ ਆ ਗਿਆ ਹੈ? ਅਸੀਂ ਤੇ ਬੜੇ ਬੜੇ ਕਠਨ ਤਪ ਪਏ ਕਰਦੇ ਹਾਂ ਤੇ ਸਾਨੂੰ ਸੰਤੋਖ ਨਹੀਂ ਆਇਆ। ਕਹਿ ਲਗੇ ਤੁਸੀਂ ਰੱਬ ਦਾ ਨਾਮ ਸੁਣੋ, ਤੁਹਾਨੂੰ ਵੀ ਸੰਤੋਖ ਆ ਜਾਏਗਾ। ਪਦਾਰਥਾਂ ਨਾਲ ਸੰਤੋਖ ਨਹੀਂ ਹੋਣਾ। ਪਦਾਰਥ ਤਾਂ ਅਗਨੀ ਹੈ, ਇਹ ਤੇ ਸਗੋਂ ਅੱਗ ਪੈਦਾ ਕਰਦੀ ਆ। ਮਰ ਕਹਿੰਦੇ ਮੁੰਦਾ ਸੰਤੋਖ, ਅਸੀਂ ਸੰਤੋਖ ਦੀਆਂ ਮੁੰਦਰਾਂ ਧਾਰੀਆਂ। ਕਹਿੰਦੇ ਸੰਤੋਖ ਕਿੱਥੋਂ ਆਇਆ ਹੈ? ਕਹਿੰਦੇ ਅਸੀਂ ਰੱਬ ਦਾ ਨਾਮ ਸੁਣਿਆ। ਜਿਹੜਾ ਸੱਦੜਾ ਸੁਣੀ ਜੇ ਸੁਣ ਵੱਡ ਭਾਗੀ ਆ। ਸੁਣਿਆ ਸਤ ਸੰਤੋਖ, ਸਾਨੂੰ ਸੁਣਨ ਦੇ ਨਾਲ ਸੰਤੋਖ ਆ ਗਿਆ। ਫਿਰ ਕਹਿੰਦੇ ਤੁਹਾਡੇ ਕੋਲ ਝੋਲੀ ਨਹੀਂ ਹੈ, ਤੁਸੀਂ ਕਹਿੰਦੇ ਅਸੀਂ ਜੋਗੀ ਹਾਂ। ਸਾਹਿਬ ਕਹਿੰਦੇ ਨੇ ਸ਼ਰਮ ਪਤ ਝੋਲੀ। ਮਿਹਨਤ ਮਸ਼ੱਕਤ ਕਰਨੀ, ਆਪਣੀ ਕਿਰਤ ਕਰਨੀ, ਵਿਹਲੜ ਨਹੀਂ ਹੋਣਾ, ਮੰਗ ਕੇ ਨਹੀਂ ਖਾਣਾ। ਮਰਨ ਤੇ ਵੀ ਕਿਹਾ
ਕਿ ਜੋਗੀ ਹੋਵਾਂ ਜਗ ਭਾਵਾਂ, ਘਰ ਘਰ ਪੀਖਿਆ ਲਿਓ, ਦਰਗੇ ਲੇਖਾ ਮੰਗੀਏ, ਕਿਸ ਕਿਸ ਉੱਤਰ ਦਿਓ। ਮੰਗ ਕੇ ਨਹੀਂ ਖਾਣਾ, ਕਰਕੇ ਖਾਣਾ ਹੈ। ਕੋਈ ਜਾਨਵਰ ਮੰਗ ਕੇ ਨਹੀਂ ਖਾਂਦਾ, ਜਾਨਵਰ ਸਾਰੇ ਕਰਕੇ ਖਾਂਦੇ ਨੇ, ਆਪਣੀ ਚੁੰਝਣਾ ਕਰਦੇ ਨੇ ਕਿਰਿਆ। ਮਾਰ ਕਹਿੰਦੇ ਸ਼ਰਮ ਪੱਤ ਝੋਲੀ, ਜਿਹੜੀ ਮਿਹਨਤ ਕਰਨੀ, ਕਿਰਤ ਕਰਨੀ, ਸਾਡੇ ਕੋਲ ਝੋਲੀ ਆ। ਕਹਿਣਗੇ ਤੁਸੀਂ ਕਦੀ ਕਹਿੰਦੇ ਅਸੀਂ ਜੋਗੀ ਆ। ਇਹ ਵਾਰਤਾਲਾਪ ਗੁਰੂ ਨਾਨਕ ਸਾਹਿਬ ਦੀ ਸਿੱਧਾ ਨਾ ਹੁੰਦਾ ਹੀ। ਗੁਰੂ ਨਾਨਕ ਸਾਹਿਬ ਨੂੰ ਵੱਡਾ ਸੰਘਰਸ਼ ਕਰਨਾ ਪਿਆ ਇਹਨਾਂ ਧਰਮੀ ਲੋਕਾਂ ਦੇ ਨਾਲ। ਜੋਗੀ ਕਹਿੰਦੇ ਤੁਹਾਡੇ ਕੋਲ ਬਭੂਤ ਨਹੀਂ ਹੈ, ਤੁਸੀਂ ਕਦੀ ਸਵਾਹ ਨਹੀਂ ਲਾਈ, ਤੇ ਕਹਿੰਦੇ ਅਸੀਂ ਜੋਗੀ। ਕਹਿੰਦੇ ਧਿਆਨ, ਸਾਹਿਬ ਕਹਿਣ ਲੱਗੇ ਧਿਆਨ ਕੀ ਕਰੇ ਬਭੂਤ। ਆਪਣੇ ਇਸ ਖਿੰਡੇ ਪੁੰਡੇ ਹੋਏ ਧਿਆਨ ਨੂੰ ਇੱਕ ਕਰਨਾ, ਰੱਬ ਦੇ ਨਾਮ ਵਿੱਚ ਜੋੜਨਾ, ਇਹ ਸਾਡੇ ਕੋਲ ਸੁਭਾਅ ਵਾ। ਧਿਆਨ ਕੀ ਕਰੇ ਬਭੂਤ। ਖਿੰਥਾ ਇੱਕ ਹੁੰਦੀ ਝੋਲੀ, ਜਿਹ ਜੋਗੀ ਭਿੱਖਿਆ ਪਾਉਂਦੇ ਨੇ ਮੰਗ ਮੰਗ ਕੇ। ਇੱਕ ਹੁੰਦਾ ਹੈ ਚੋਲਾ, ਜਦੋਂ ਜੋਗੀਆਂ ਨੇ, ਨਾਥਾਂ ਨੇ, ਜਿੱਦਾਂ ਅਸੀਂ ਚੋਲਾ ਪਾਉਂਦੇ ਆ, ਉਹ ਵੀ ਝੋਲਾ ਪਾਉਂਦੇ ਨੇ। ਬਣਦੇ ਖਿੰਥਾ ਕਾਲ, ਮੌਤ ਨੂੰ ਸਮਝ ਲੈਣਾ, ਮੌਤ ਨੂੰ ਯਾਦ ਰੱਖਣਾ ਕਿ ਇਸ ਫਾਨੀ ਸੰਸਾਰ ਤੋਂ ਦਰ ਕੂਚ ਕੂਚਾ ਕਰ ਗਏ, ਅਵਰੇ ਵੀ ਚੱਲਣ ਹਾਰ। ਕੌਣ ਨਾ ਮੂਆ ਤੇ ਕੌਣ ਨਾ ਮਰਸੀ, ਜੋ ਦਿਨ ਆਵੇ ਸੋ ਦਿਨ ਦਾਈ, ਕਰਨਾ ਕੂਚ। ਮਾਰ ਕਹਿੰਦੇ ਫਾਨੀ ਸੰਸਾਰ ਤੋਂ ਜਾਣ ਦੀ ਤਿਆਰੀ ਕਰ ਲੈਣੀ। ਕਰਦਾ ਨਹੀਂ ਹੈ ਬੰਦਾ ਤਿਆਰੀ, ਬੰਦਾ ਤਾਂ ਇੱਥੇ ਬੜਾ ਕੁਝ ਤਿਆਰ ਕਰੀ ਜਾਂਦਾ ਹੈ, ਅੱਗੇ ਦੀ ਤਿਆਰੀ ਨਹੀਂ ਕਰਦਾ। ਖਿੰਥਾ ਕਾਲ, ਸਾਡੇ ਕੋਲ ਖਿੰਥਾ ਹੈ। ਖਿੰਥਾ ਮੈਨੇ ਕੱਪੜੇ ਸਰੀਰ ਤੇ ਪਾਉਣ ਵਾਲੇ ਝੋਲਾ। ਫਰੀਦਾ ਖਿੰਥੜ ਮੇਖਾਂ ਅਗਲੀਆਂ। ਇਹ ਸਰੀਰ ਦਾ ਕੱਪੜਾ ਜਿਹੜਾ, ਇਹਨੂੰ ਬੜੇ ਥਾਂ ਤੋਂ ਪਾੜ ਜੇ ਤੇ ਸੀ ਲੈਂਦਾ, ਪਰ ਜਦੋਂ ਸਰੀਰ ਰੂਪੀ ਕੱਪੜਾ ਪਾੜ ਜੇ ਫਿਰ ਨਹੀਂ ਸੀਪਦਾ। ਖਿੰਥਾ ਕਾਲ, ਮੌਤ ਨੂੰ ਯਾਦ ਰੱਖਣਾ। ਇਸ ਪਰਿਵਾਰ ਨੂੰ, ਇਸ ਸੰਸਾਰ ਨੂੰ ਮੈਂ ਛੱਡ ਜਾਣਾ ਵਾ, ਮੈਂ ਬਹੁਤਾ ਸਮਾਂ ਰਹਿਣਾ ਨਹੀਂ ਆ। ਸਾਹਿਬ ਕਹਿੰਦੇ ਇਹ ਸਾਡਾ ਚੋਲਾ ਵਾ। ਕੁਆਰੀ ਕਾਇਆ ਜੁਗਤ, ਅੱਗੇ ਆਪਾਂ ਇਹ 2-3 ਦਿਨ ਤੇ ਆਪਾਂ ਇਹਦੀ ਭੂਮਿਕਾ ਹੀ ਬੰਨਦੇ ਰਹੇ ਆ। ਅੱਜ ਹੁਣ ਇਹਦੇ ਵਿੱਚ ਵਿੱਚ ਹੀ ਜਾ ਰਹੇ, ਮਾਰ ਕਿਰਪਾ ਨਾਲ ਕਿਤੇ ਬਾਹਰ ਨਾ ਨਿਕਲ ਜਾਈਏ। ਖਿੰਥਾ ਕਾਲ, ਮੌਤ ਦਾ ਝੋਲਾ ਸਾਡੇ ਕੋਲ ਹੈ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਪੀ ਵੰਜਾਂ ਡੂਮਣੀ ਰੋਵਾਂ ਚੀਣੀ ਬਾਣ। ਤੁਰ ਗਏ ਸਾਥੀ ਨਾਲ ਦੇ, ਜੇ ਸਾਥੀ ਤੁਰ ਗਏ ਤੇ ਬੰਦਿਆ ਤੂੰ ਵੀ ਤੁਰ ਜਾਣਾ, ਮੈਂ ਵੀ ਤੁਰ ਜਾਣਾ। ਮੇਰੇ ਨਾਲ ਦੇ ਬੜੇ ਸਾਥੀ ਤੁਰ ਗਏ ਨੇ, ਮੈਂ ਜਾਣਦਾ ਉਹਨਾਂ ਨੂੰ, ਤੁਰ ਗਏ ਨੇ। ਤੇ ਸੰਗ ਚਲਤ ਹੈ, ਜੇ ਉਹ ਤੁਰ ਗਏ ਨੇ ਤੇ ਮੈਂ ਕਿੱਥੋਂ ਰਹਿ ਜਾਣਾ ਵਾ। ਹਮ ਵੀ ਚੱਲਣਾ ਹੈ, ਹਮ ਵੀ ਚੱਲਣਾ ਹੈ। ਸਾਹਿਬ ਕਹਿੰਦੇ ਖਿੰਥਾ ਕਾਲ, ਜਿੱਦਾਂ ਕੱਪੜਾ ਬੰਦਾ ਕੱਪੜੇ ਪਾ ਕੇ ਰੱਖਦਾ ਹੈ ਨਾ, ਸਾਹਿਬ ਕਹਿੰਦੇ 24 ਘੰਟੇ ਮੌਤ ਨੂੰ ਯਾਦ ਰੱਖਣਾ, ਇਹੀ ਚੋਲਾ ਪਾਇਆ ਹੋਇਆ ਵਾ। ਤੇ ਗਿਆਨ ਤੋਂ ਵਿਹੂਣੀ ਕੌਮ ਉਹਨਾਂ ਚੋਲਿਆਂ ਦੇ ਮੇਲੇ ਪਈ ਮਨਾਉਂਦੀ ਹੈ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਜਦੋਂ ਕੋਈ ਮਹਾਂਪੁਰਖਾਂ ਦੇ ਬਚਨਾਂ ਨੂੰ ਨਾ ਸਮਝੇ, ਫਿਰ ਇਹ ਜੋ ਕੁਛ ਸਾਡੀ ਕੌਮ ਪਈ ਕਰਦੀ ਹੈ, ਇਹੀ ਹੁੰਦਾ ਹੈ। ਇਹ ਦੋਸ਼ ਨਹੀਂ ਕਾਹੂ ਮੀਤਾ, ਇਹ ਦੋਸ਼ ਨਹੀਂ ਹੈ। ਸਾਡੀ ਕੌਮ ਗਿਆਨ ਤੋਂ ਕੋਹਾਂ ਦੂਰ ਚਲ ਗਈ ਹੈ। ਤੇ ਜਿਸ ਕੌਮ ਦਾ ਗੁਰੂ ਹੀ ਗਿਆਨ ਹੋਵੇ ਤੇ ਉਹ ਸਮਝੇ ਹੀ ਨਾ ਗਿਆਨ ਨੂੰ। ਸਾਡਾ ਸਰੀਰ ਗੁਰੂ ਤੇ ਹੈ ਨਹੀਂ ਹੈ ਸਾਡੇ ਕੋਲ, ਸਾਡਾ ਤੇ ਗਿਆਨ ਗੁਰੂ ਹੈ।
ਸਰੀਰ ਗੁਰੂ ਨਹੀਂ ਹੈ ਸਾਡਾ। ਤੇ ਸਾਡੇ ਨੂੰ ਤਾਂ ਉਹ ਹੀ ਚੰਗੇ ਨੇ ਜਿਹੜੇ ਸਰੀਰਾਂ ਨਾਲ ਜੁੜੇ ਹੋਏ ਨੇ ਆਪਣੇ ਨਾਲ। ਅਸੀਂ ਤੇ ਗਿਆਨ ਨਾਲ ਵੀ ਨਹੀਂ ਜੁੜ ਸਕੇ। ਸਾਹਿਬ ਕਹਿੰਦੇ ਖਿੰਥਾ ਕਾਲ, ਇਸ ਤਰ੍ਹਾਂ ਵਿਸ਼ਰਾਮ ਦੇਣਾ ਇਹਦਾ। ਕੁਵਾਰੀ ਕਾਇਆ ਜੁਗਤ, ਸਾਡੇ ਕੋਲ ਜੋਗੀਆਂ ਵਾਲੀ ਜੁਗਤੀ ਕਿਹੜੀ ਆ? ਜੋਗ ਜੁਗਤ ਸੁਣ ਆਇਓ ਗੁਰ ਤੇ, ਮੋਕੋ ਸਤਿਗੁਰ ਸ਼ਬਦ ਦੜਾਇਓ। ਕੁਵਾਰੀ ਕਾਇਆ, ਇਹ ਸਰੀਰ ਨੂੰ ਕੋਰਾ ਰੱਖਣਾ ਹੈ। ਇਹ ਕਿਸੇ ਦਾ ਆਦੀ ਨਾ ਹੋ ਜੇ, ਇਸ ਨੂੰ ਕੋਈ ਰੋਗ, ਇਸ ਨੂੰ ਕੋਈ ਨਸ਼ਾ ਨਾ ਲੱਗ ਜਾਵੇ। ਕੁਵਾਰੀ ਕਾਇਆ ਜੁਗਤ, ਇਹ ਆ ਸਾਡੀ ਜੁਗਤੀ। ਜੋਗੀਆਂ ਦੀ ਆਪਣੀ ਖੇਚਰੀ ਪੂਚਰੀ ਉਨਮਨੀ ਬੜੀਆਂ ਉਹਨਾਂ ਦੇ ਕੋਲ ਜੁਗਤੀਆਂ ਹੁੰਦੀਆਂ ਨੇ। ਸਭ ਕਹਿੰਦੇ ਸਾਡੇ ਕੋਲ ਕਿਹੜੀ ਜੁਗਤੀ ਆ ਕਿ ਜਦੋਂ ਕੋਈ ਬੰਦਾ ਗੁਰਾਂ ਦੀ ਸੁਣਦਾ ਹੈ, ਗੁਰਾਂ ਕਦੇ ਬੁਝਾਈ ਮਤ ਵਿੱਚ ਰਤਨ ਜਵਾਹਰ ਜਦੋਂ ਆਉਂਦਾ ਹੈ ਸਿੱਖ ਦੇ ਕੋਲ, ਤੇ ਉਹਦੇ ਕੋਲ ਇਹ ਜੁਗਤੀ ਆਉਂਦੀ ਹੈ ਕਿ ਉਹ ਸਰੀਰ ਨੂੰ ਵੀ ਕਾਇਆ ਕੋਰਾ ਰੱਖਦਾ ਹੈ। ਬਸ ਜਿੱਥੇ ਜਿੱਥੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜਿੱਦਣ ਗੁਰੂ ਦੀ ਬੈਠ ਕੇ ਸਿੱਖ ਨੇ ਆਸਾ ਦੀ ਵਾਰ ਸੁਣ ਲਈ, ਸੁਖਮਣੀ ਸਾਹਿਬ ਸੁਣ ਲਿਆ, ਜਪਜੀ ਸਾਹਿਬ ਅੰਮ੍ਰਿਤ ਵੇਲੇ ਬੈਠ ਕੇ ਸੁਣ ਲਿਆ ਨਾ, ਉਦਨ ਸਿੱਖਾ ਤੇਰੀ ਮਤ ਵਿੱਚ ਕੋਈ ਕੂੜ ਕਵਾੜ ਨਿੰਦਾ ਈਰਖਾ ਦਵੈਸ਼ ਨਹੀਂ ਹੋਊਗਾ। ਤੇਰੀ ਮਤ ਵਿੱਚ ਇਹ ਰਤਨ ਜਵਾਰ ਅਤ ਸੰਤੋਖ ਹੋਣਗੇ। ਰਤਨ ਜ਼ਵੇਰ ਨਾਮਾ, ਰੱਬ ਦਾ ਨਾਮ ਹੋਏਗਾ ਕੀਮਤੀ ਰਤਨ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਦੁੱਖ ਨਹੀਂ ਹੋਗਾ ਤੇਰੀ ਮਤ ਵਿੱਚ ਜਿੱਦਣ ਤੇਰੇ ਕੋ ਮਤ ਵਿੱਚ ਰਤਨ ਜਵਾਹਰ, ਜਿਸ ਦਿਨ ਤੂੰ ਗੁਰੂ ਕੀ ਇੱਕ ਸੁਣੀ। ਸਾਹਿਬ ਕਹਿੰਦੇ ਇਹ ਸਾਡੇ ਕੋਲ ਜੁਗਤੀ ਆ। ਕੁਵਾਰੀ ਕਾਇਆ, ਸਰੀਰ ਨੂੰ ਕਾਇਆ ਨੂੰ ਕੋਰਾ ਰੱਖਣਾ ਹੈ, ਇਹ ਜੁਗਤੀ ਆ ਸਾਡੇ ਕੋਲ ਜੋਗੀਆਂ ਵਾਲੀ। ਅਸੀਂ ਜੋਗੀ ਆ, ਅਸੀਂ ਭੋਗੀ ਥੋੜਾ ਵਾ, ਅਸੀਂ ਤਾਂ ਜੋਗੀ ਆ। ਆਈ ਖਿੰਥਾ ਕਾਲ, ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਜੋਗੀ ਡੰਡਾ ਰੱਖਦੇ ਨੇ, ਰੱਬ ਤੇ ਭਰੋਸਾ। ਇਹ ਡੰਡਾ ਹੈ ਸਾਡੇ ਕੋਲ, ਡੰਡਾ ਪ੍ਰਤੀਤ। ਆਈ ਪੰਥੀ, ਮੇਰਾ ਧਰਮ ਕਿਹੜਾ ਵਾ, ਮੇਰਾ ਮਜ਼ਹਬ ਕਿਹੜਾ ਵਾ। ਮੈਂ ਕੋ ਫਿਰਕੇ ਪਾਉਣ ਨਹੀਂ ਧਰਤੀ ਤੇ ਆ, ਫਿਰਕੇ ਤੇ ਪਹਿਲਾਂ ਹੀ ਬੜੇ ਧਰਤੀ ਤੇ ਹੋਏ ਨੇ, ਤੇ ਫਿਰਕੇ ਲੜਨਦੇ ਨੇ, ਫਿਰਕੇ ਮਾਰਨਦੇ ਨੇ। ਸਭ ਕਹਿਣ ਲੱਗੇ ਮੈਂ ਕੋ ਫਿਰਕੇ ਪੈਦਾ ਕਰਨ ਨਹੀਂ ਆਇਆ। ਜਦੋਂ ਰੁਕਨਦੀਨ ਕਾਜੀ ਨੇ ਪੁੱਛਿਆ, ਬਾਬਾ ਫਲਾ ਮਜ਼ਹਬ ਤੇਰਾ, ਫਲਾ ਮਜ਼ਹਬ ਹੂ, ਤੇਰਾ ਧਰਮ ਕਿਹੜਾ ਹੈ? ਅੱਲਾ ਮਜ਼ਹਬ ਹੂ, ਮੈਂ ਰੱਬ ਦਾ ਬੰਦਾ, ਤੇ ਜਿਹੜਾ ਰੱਬ ਦਾ ਧਰਮ ਆ ਉਹ ਮੇਰਾ ਧਰਮ ਵਾ। ਰੁਕਨਦੀਨ ਕਾਜੀ ਪੈਂਦਾ, ਬਾਬਾ ਜੀ ਤੁਹਾਡਾ ਧਰਮ ਕਿਹੜਾ ਹੈ? ਤੁਸੀਂ ਕੌਣ ਹੋ? ਕੌਣ ਤੁਮੇ, ਸਿੱਧ ਵੀ ਕਹਿੰਦੇ ਨੇ, ਕੌਣ ਤੁਮੇ ਕੌਣ ਨਿਆਉ ਤੁਮਾਰਾ, ਕੌਣ ਮਾਰਗ ਕੌਣ ਸਵਾਓ। ਤੁਸੀਂ ਕੌਣ ਹੋ? ਤੁਹਾਡਾ ਜ਼ਿੰਦਗੀ ਦਾ ਮਨੋਰਥ ਕੀ ਆ? ਸਭ ਕਹਿਣ ਲੱਗੇ ਮੈਂ ਰੱਬ ਦਾ ਬੰਦਾ ਹੈ, ਤੇ ਜਿਹੜਾ ਰੱਬ ਦਾ ਧਰਮ ਆ ਉਹ ਮੇਰਾ ਧਰਮ ਹੈ, ਤੇ ਰੱਬ ਸਾਰਿਆਂ ਦਾ, ਮੈਂ ਸਾਰਿਆਂ ਦਾ, ਸਾਰੇ ਮੇਰੇ ਨੇ, ਇਹੋ ਕਹਿ ਲੋ। ਆਈ ਪੰਥੀ ਸਗਲ ਜਮਾਤੀ, ਇਹ ਸਾਰਾ ਸੰਸਾਰ ਮੇਰਾ ਧਰਮ ਹੈ, ਮੇਰਾ ਮਜ਼ਹਬ ਹੈ, ਮੇਰਾ ਪੰਥ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਕਹਿਣ ਲੱਗੇ ਜਿਹੜਾ ਮਨ ਨੂੰ ਜਿੱਤ ਲੈਂਦਾ ਹੈ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਨਹੀਂ ਆ। ਰਾਜੇ ਤਾਂ ਲੜਦੇ ਨੇ, ਰਾਜੇ ਤਾਂ ਮਰਦੇ ਨੇ, ਰਾਜੇ ਤੇ ਦੁਖੀਏ ਨੇ, ਤੇ ਨਾਮ ਜਪਣ ਵਾਲਾ ਵੀ ਰਾਜਾ ਵਾ। ਨਹੀਂ ਨਹੀਂ ਨਹੀਂ, ਜਿਸ ਨੂੰ ਬਖਸ਼ੇ ਉਹ ਪਰਮੇਸ਼ਰ,
ਜਿਹਨੂੰ ਅੰਮ੍ਰਿਤ ਵੇਲੇ ਆਪਣੀ ਯਾਦ ਦਿੰਦਾ ਹੈ, ਜਿਹਦੀ ਅੰਮ੍ਰਿਤ ਵੇਲੇ ਦੀ ਸਮੇਂ ਆਪਣੀ ਯਾਦ ਬਖਸ਼ ਦਿੰਦਾ ਹੈ ਖੁਦਾਵੰਤ ਪਰਮੇਸ਼ਰ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹ ਦੇ ਪਾਤਸ਼ਾਹ ਹੋ ਜਾਂਦੇ ਨੇ। ਮਰ ਗਏ ਮਨ ਜੀਤੇ ਜਗ ਜੀਤ, ਆਦੇਸ਼ ਤਿਸੇ ਆਦੇਸ਼। ਤੁਸੀਂ ਇੱਕ ਦੂਜੇ ਨੂੰ ਮੱਥੇ ਟੇਕਦੇ ਹੋ ਤੇ ਇੱਕ ਦੂਜੇ ਨੂੰ ਆਦੇਸ਼ ਆਦੇਸ਼ ਪਏ ਕਹਿੰਦੇ ਹੋ। ਸਭ ਕਹਿੰਦੇ ਅਸੀਂ ਉਸ ਨੂੰ ਆਦੇਸ਼ ਕਰਦੇ ਹਾਂ ਜੋ ਥਾਪਿਆ ਨਾ ਜਾਏ। ਫੇਰ ਮੈਂ ਕਹਿ ਦਿਆਂ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਤੁਹਾਡੇ ਇਹ ਗੁਰੂ ਨੇ ਤੇ ਮੇਰਾ ਗੁਰਮੁਖ ਰਿਹਾ ਸਮਾਈ। ਜਿਹੜਾ ਸਮਾਇਆ ਹੋਇਆ ਮੇਰਾ ਉਹ ਗੁਰੂ ਆ ਤੇ ਉਹ ਥਾਪਿਆ ਨਾ ਜਾਵੇ। ਤੇ ਉਸੇ ਨੂੰ ਮੈਂ ਆਦ ਕੋ ਆਦੇਸ਼ ਹੈ, ਉਸੇ ਨੂੰ ਸਾਡੀ ਨਮਸਕਾਰ ਹੈ। ਆਦੇਸ਼ ਤਿਸੇ ਆਦੇਸ਼, ਆਦ ਜਿਹਨੂੰ ਕਹਿੰਦੇ ਆਦ ਸੱਚ ਜੁਗਾਦ ਸੱਚ, ਅਨੀਲ ਜਿਹੜਾ ਕਾਲਖ ਤੋਂ ਰਹਿਤ ਹੈ। ਰੱਬ ਦੇ ਉੱਤੇ ਕੋਈ ਦਾਗ ਨਹੀਂ ਲੱਗ ਸਕਦਾ, ਨਾ ਨਾ ਨਾ, ਅਜੇ ਤੱਕ ਤੇ ਨਹੀਂ ਲੱਗਾ ਤੇ ਨਾ ਲੱਗਣਾ ਹੈ। ਤਾਂ ਉਹਨੂੰ ਕਹਿੰਦੇ ਨੇ ਅਨੀਲ, ਜਿਹਨੂੰ ਕੋਈ ਨੀਲ ਨਹੀਂ ਹੈ, ਜਿਹਦੇ ਉੱਤੇ ਕੋਈ ਦੱਬਾ ਨਹੀਂ ਲੱਗ ਸਕਦਾ। ਆਦ ਅਨੀਲ ਅਨਾਦ, ਜਿਹਦਾ ਆਦ ਪੁਰਖ ਤੇਰਾ ਅੰਤ ਨਾ ਪਾਇਆ। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਵੇਖੇ ਦੇਸ, ਜਿਹਦਾ ਅਜੇ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਅੰਤ ਨ ਸਿਫਤੀ ਕਹਿਣ ਨਾ ਅੰਤ। ਇਹ ਜਪਜੀ ਸਾਹਿਬ ਭਾਵੇਂ ਸਾਰੀ ਜ਼ਿੰਦਗੀ ਵਿਆਖਿਆ ਕਰੋ, ਇਹ ਮੁੱਕਦੀ ਨਹੀਂ ਹੈ। ਤੇ ਅਸੀਂ 7 ਮਿੰਟਾਂ 'ਚ ਜਪਜੀ ਦਾ ਭੋਗ ਪਾ ਕੇ ਕੇਤੀ ਛੁੱਟੀ ਨਾਲ ਵਿਹਲੇ ਹੋ ਜਾਂਦੇ ਹਾਂ। ਬੜੀ ਕਮਾਲ ਦੀ ਬਾਣੀ ਹੈ, ਕਿਤੇ ਇਹਨੂੰ ਵਿਚਾਰ ਕੇ ਪੜ੍ਹੀਏ ਤਾਂ। ਪਹਿਲੀਆਂ 3 ਪੌੜੀਆਂ ਵਿੱਚ ਰੱਬ ਦੇ ਹੁਕਮ ਦੀ ਵਿਆਖਿਆ ਕੀਤੀ ਆ। ਚੌਥੇ ਪੌੜੀ ਵਿੱਚ ਕਿਹਾ ਹੁਕਮ ਬੁੱਝਿਆ ਕਿਵੇਂ ਜਾ ਸਕਦਾ, ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। 5ਵੀਂ ਤੇ 6ਵੀਂ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਗੁਰੂ ਨੂੰ ਆਪਣਾ ਰੱਬ ਜਾਣ ਕੇ ਉਹਦੀ ਵਡਿਆਈ ਕੀਤੀ ਆ। ਗੁਰਾਂ ਇੱਕ ਦੇ ਬੁਝਾਈ ਸਭਨਾਂ ਦੀਆਂ ਕਾਇਕ ਦਾਤਾ। ਤੇ 7ਵੀਂ ਪੌੜੀ ਵਿੱਚ ਫਿਰ ਜੋਗੀਆਂ ਨਾਲ ਸਿੱਧੇ ਹੋ ਤੁਰਦੇ ਨੇ। ਰੱਬ ਖੈਰ ਕਰੇ। ਮਰ ਕਹਿੰਦੇ ਆਦੇਸ਼ ਤਿਸੇ ਆਦੇਸ਼, ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ। ਕਿਸ ਨੂੰ ਕਰਦੇ ਹੋ ਨਮਸਕਾਰ? ਆਦ ਜੋ ਸਭ ਦਾ ਮੁੱਢ ਹੈ, ਅਨੀਲ ਜਿਹਨੂੰ ਕੋਈ ਐਬ ਨਹੀਂ ਹੈ, ਜਿਹਨੂੰ ਕੋਈ ਕਲੰਕ ਨਹੀਂ ਆ। ਕਲੰਕ ਬਿਨਾ ਨੇ ਕਲੰਕੀ ਸਰੂਪੇ, ਜਿਹੜਾ ਕਲੰਕ ਬਿਨਾ ਨੇ ਕਲੰਕੀ ਸਰੂਪੇ, ਉਹਨੂੰ ਕਹਿੰਦੇ ਅਨੀਲ। ਅਨਾਦ ਅਨਾਹਤ ਇੱਕ ਰਸ, जिमी और जमान के बिखे समस्त एक जोत है। न काट है न बाढ़ है, न बाढ़ काट होत है। अनाहत जुग जुग एको वेसा, ਉਹ ਬਦਲਿਆ ਨਹੀਂ ਆ। ਸਮੇਂ ਨਾਲ ਸਾਡੇ ਸਰੀਰ ਬਦਲ ਜਾਂਦੇ ਨੇ, ਸਮੇਂ ਨੇ ਸਾਡੇ ਪਰਿਵਾਰ ਬਦਲ ਜਾਂਦੇ ਨੇ, ਸਮੇਂ ਨਾਲ ਅਸੀਂ ਪਾਰਟੀਆਂ ਬਦਲ ਦਿੰਦੇ ਹਾਂ, ਸਮੇਂ ਨਾਲ ਸਾਡੇ ਯਾਰ ਬੇਲੀ ਦੋਸਤ ਬਦਲ ਜਾਂਦੇ ਨੇ, ਸਮੇਂ ਨਾਲ ਗੁਰੂ ਪੀਰ ਚੇਲੇ ਬਦਲ ਜਾਂਦੇ ਨੇ। ਪਰ ਉਹਦਾ ਇੱਕ ਹੀ ਵੇਸ ਆ, ਉਹ ਨਹੀਂ ਬਦਲਿਆ, ਉਹ ਨਹੀਂ ਬਦਲਿਆ। ਬਾਕੀ ਸਭ ਕੁਝ, ਬਾਕੀ ਸਭ ਕੁਝ ਚੱਲਣਹਾਰ ਹੈ, ਉਹ ਸਦਾ ਹੈ। ਬਾਕੀ ਸਭ ਕੁਝ ਬਦਲਣਹਾਰ ਹੈ, ਉਹ ਨਹੀਂ ਬਦਲਦਾ। ਲਓ ਅਗਲੀ ਪੌੜੀ ਜਿਹਦੀ ਆਪਾਂ ਵਿਆਖਿਆ ਕਰਨੀ ਸੀ। ਭੁਗਤ ਗਿਆਨ। ਯੋਗੀ ਕੀ ਕਰਦੇ ਆ ਵੀ ਰੋਟੀਆਂ ਗਰਾ ਕੇ ਨਾ, ਸੁੱਕੀਆਂ ਰੋਟੀਆਂ ਨੂੰ ਗਰਮ ਕਰ ਲੈਣਾ, ਵਿੱਚ ਘਿਓ ਪਾ ਲੈਣਾ ਤੇ ਉਹਦੀ ਚੂਰੀ ਕੁੱਟਣੀ।
ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਜੇ ਤੁਸੀਂ ਜੋਗੀ ਹੋ ਤੇ ਕਦੀ ਚੂਰੀ ਖਾਧੀ ਜੇ ਸਾਡੀ ਵਾਲੀ? ਸਾਹਿਬ ਕਹਿੰਦੇ, ਅਸੀਂ ਨਿੱਤ ਚੂਰੀ ਖਾਂਦੇ ਆ। ਕਿਹੜੀ ਹੈ ਇਹ? ਭੁਗਤ ਗਿਆਨ। ਸਾਡੇ ਕੋ ਭੁਗਤ ਮੈਨੇ ਪੂੰਚਣਾ, ਭੋਗਣਾ, ਖਾਣਾ। ਤੁਹਾਡਾ ਖਾਣਾ ਕੀ ਹੈ? ਅਸੀਂ ਤੇ ਚੂਰਮਾ ਖਾਂਦੇ ਆ। ਇੱਕ ਚੂਰੀ ਖਾਂਦੇ ਆ। ਸਾਹਿਬ ਕਹਿੰਦੇ, ਸਾਡੇ ਕੋ ਵੀ ਚੂਰੀ ਹੈ। ਉਹ ਕਿਹੜੀ ਆ? ਭੁਗਤ ਗਿਆਨ। ਗਿਆਨ ਸਾਡਾ ਭੋਜਨ ਹੈ। ਹੁਣ ਵੇਖੋ, ਜਿਨ੍ਹਾਂ ਕੋ ਗਿਆਨ ਵਾ, ਤੇ ਸਾਡੇ ਉਧਰ ਲੋਕ ਫਸੇ ਨੇ ਜਿੱਥੇ ਯੂਕਰੇਨ ਦੇ ਵਿੱਚ ਜੰਗ ਲੱਗੀ ਆ, ਉਹ ਵੀਡੀਓ ਪਾਉਂਦੇ ਵੀ ਸਾਨੂੰ ਕੱਢੋ ਇੱਥੇ, ਇੰਡੀਆ ਵਾਲਿਓ। ਉਹ ਭਾਰਤ ਸਰਕਾਰ ਨੂੰ ਵੀ ਬੇਨਤੀਆਂ ਕਰਦੇ ਨੇ, ਸਾਨੂੰ ਕੱਢੋ। ਇਹ ਵਾ ਗਿਆਨ, ਇੱਥੇ ਮਾਰੇ ਜਾਵਾਂਗੇ, ਸਾਨੂੰ ਕੱਢ ਲਓ। ਤੇ ਮੂਰਖ ਬੰਦੇ ਕਹਿੰਦੇ ਸਾਨੂੰ ਵੀਜ਼ਾ ਦਿਓ, ਅਸੀਂ ਉੱਥੇ ਜਾਣਾ। ਲਓ, ਮੂਰਖ ਨੂੰ ਵੇਖਣਾ ਹੋਵੇ, ਮੂਰਖ ਕੌਣ ਹੁੰਦਾ ਹੈ ਤੇ ਸਿਆਣਾ ਕੌਣ ਹੁੰਦਾ ਹੈ, ਆਹ ਵੇਖ ਲਿਓ। ਸਿਆਣੇ ਬੰਦੇ ਉੱਥੇ ਬੈਠੇ ਨੇ ਯੂਕਰੇਨ ਵਿੱਚ। ਸਾਡੇ ਭਾਰਤ ਦੇ ਕੁਝ ਨੌਜਵਾਨ ਪੜ੍ਹਨ ਗਏ ਬੱਚੇ ਬੱਚੀਆਂ, ਉਹ ਵੀਡੀਓ ਪਾਉਂਦੇ ਵੀ ਸਾਨੂੰ ਕੱਢੋ, ਇੱਥੇ ਮਾਰੇ ਜਾਵਾਂਗੇ, ਇੱਥੇ ਬੰਬ ਡਿੱਗਣ ਦੇ ਨੇ। ਉਹ ਸਿਆਣੇ ਆ, ਉਹ ਆਉਂਦੇ ਜਹਾਜ਼ਾਂ ਤੇ ਚੜ੍ਹ ਕੇ ਆਏ ਨੂੰ, ਤੇ ਇੱਥੇ ਬੈਠੇ ਮੂਰਖ ਕਹਿੰਦੇ ਸਾਨੂੰ ਵੀਜ਼ਾ ਦਿਓ, ਅਸੀਂ ਜਾਣਾ। ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ? ਉਹ ਮੂਰਖੋ, ਫੌਜਾਂ ਨਾਲ ਫੌਜਾਂ ਲੜਦੀਆਂ ਹੁੰਦੀਆਂ ਵਾ, ਉਹ ਤੇ ਟੈਂਕਾਂ ਦੀਆਂ ਲੜਾਈਆਂ ਹੁੰਦੀਆਂ, ਤੇ ਤੁਸੀਂ ਕਿਰਪਾਨਾਂ ਚੁੱਕ ਕੇ ਤੁਰੇ ਫਿਰਦੇ ਹੋ। ਤੁਹਾਡੀ ਤਾਂ ਉਹਨਾਂ ਟੈਂਕ ਥੱਲੇ ਦੇ ਕੇ ਚਟਣੀ ਬਣਾ ਦੇਣੀ, ਤੇ ਤੁਹਾਂ ਉੱਥੇ ਜਾ ਕੇ ਕਰਨਾ? ਇਹ ਹੁੰਦੇ ਮੂਰਖ ਦੇ ਲੱਖਣ। ਮੂਰਖ ਕੇ ਕਿਆ ਲੱਖਣ ਹੈ? ਬਸ ਮੂਰਖ ਇੱਥੋਂ ਪਛਾਣਿਆ ਜਾਂਦਾ ਨਾ, ਇਹ ਮੂਰਖ ਲੋਕ ਨੇ। ਸਾਹਿਬ ਕਹਿੰਦੇ, ਭੁਗਤ ਗਿਆਨ। ਹੁਣ ਜੇ ਬਹੁਤਾ ਇਹ ਪਾਸੇ ਲੈ ਤੁਰ ਗਏ ਤੇ ਫਿਰ ਲੋਕਾਂ ਨੇ ਇਤਰਾਜ਼ ਕਰਨਾ। ਬਸ ਮੂਰਖ ਕੇ ਕਿਆ ਲੱਖਣ ਹੈ? ਉਹਦੀਆਂ ਬੇਸਮਝੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਮੂਰਖ ਹੈ, ਹੋਰ ਕੱਖ ਨਹੀਂ। ਸਿਆਣੇ ਬੰਦੇ ਤੇ ਯੂਕਰੇਨ ਤੋਂ ਐ ਨੂੰ ਭੱਜਣ ਦੇਣ, ਤੇ ਮੂਰਖ ਕਹਿੰਦੇ ਅਸੀਂ ਉੱਥੇ ਜਾਣਾ ਹੈ। ਬਸ ਇਹੀ ਨਿਸ਼ਾਨੀ ਮੂਰਖਾਂ ਦੀ। ਸਾਹਿਬ ਕਹਿੰਦੇ, ਭੁਗਤ ਗਿਆਨ। ਸਾਡੇ ਕੋਲ ਚੂਰਮਾ ਹੈ, ਭੁਗਤ ਹੈ। ਕਹਿਣ ਲੱਗੇ, ਤੁਹਾਨੂੰ ਗਿਆਨ ਕਿੱਥੋਂ ਮਿਲਿਆ ਹੈ? ਗਿਆਨ ਕੀ ਮੁੰਦਰਾ ਕਵਣ ਕਥੀ ਹਲੇ। ਮੁਦਰਾ ਕਹਿਣ ਲੱਗੇ, ਰੱਬੀ ਗਿਆਨ ਪਾਉਣ ਵਾਸਤੇ ਕੀ ਤਰੀਕਾ ਚਾਹੀਦਾ ਹੈ? ਕਿਤਾਬਾਂ ਨੂੰ ਪੜ੍ਹ ਲਓ, ਕਿਤਾਬਾਂ ਦਾ ਗਿਆਨ ਹੋ ਜਾਂਦਾ ਹੈ। ਗੁਰਬਾਣੀ ਪੜ੍ਹ ਲਓ, ਗੁਰਬਾਣੀ ਦਾ ਗਿਆਨ ਹੋ ਜਾਂਦਾ ਹੈ। ਹਾਰਮੋਨੀਆ ਸਿੱਖਣਾ ਸ਼ੁਰੂ ਕਰ ਦਿਓ ਤੇ ਹਾਰਮੋਨੀਏ ਦਾ ਗਿਆਨ ਹੋ ਜਾਂਦਾ ਹੈ। ਤਬਲਾ ਸਿੱਖਣਾ ਸ਼ੁਰੂ ਕਰ ਦਿਓ ਤੇ ਤਬਲੇ ਦਾ ਗਿਆਨ ਹੋ ਜਾਂਦਾ ਹੈ। ਤੇ ਜੋਗੀ ਹੁਣ ਜਦੋਂ ਗੁਰੂ ਨਾਨਕ ਸਾਹਿਬ ਨੇ ਭੁਗਤ ਗਿਆਨ, ਜੋਗੀ ਕਹਿੰਦੇ, ਗਿਆਨ ਕੀ ਮੁਦਰਾ। ਇੱਕ ਮੁੰਦਰਾ ਹੁੰਦੀਆਂ ਨੇ ਜਿਹੜਾ ਕੰਨਾਂ 'ਚ ਪਾਈਂਦੇ, ਇੱਕ ਹੁੰਦਾ ਮੁਦਰਾ ਮਾਨੇ ਤਰੀਕਾ। ਰੱਬ ਦਾ ਗਿਆਨ ਪਾਉਣ ਦਾ ਕੀ ਤਰੀਕਾ ਹੈ? ਹੁਣ ਬਾਣੀ ਪੜ੍ਹਨੀ ਹੈ ਤੇ ਕੇਸ ਸੰਥਿਆ ਲਓ, ਗੁਰਬਾਣੀ ਦੇ ਅਰਥ ਸਮਝਣੇ ਨੇ ਤੇ ਸਟੀਕਾਂ ਪੜ੍ਹ ਲਓ। ਤੇ ਰੱਬ ਦਾ ਗਿਆਨ ਕਿੱਥੋਂ ਮਿਲਦਾ ਹੈ? ਇਹ ਜੋਗੀਆਂ ਨੂੰ ਜਦੋਂ ਗੁਰੂ ਨਾਨਕ ਸਾਹਿਬ ਮੁੰਦਾ ਭੁਗਤ ਗਿਆਨ, ਸਾਡਾ ਖੁਰਾਕ ਕੀ ਆ? ਬ੍ਰਹਮ ਗਿਆਨੀ ਕਾ ਭੋਜਨ ਗਿਆਨ ਹੈ। ਕਹਿੰਦੇ ਫਿਰ ਗਿਆਨ ਕਿੱਥੋਂ ਮਿਲਦਾ ਹੈ? ਉਹ ਪਿਓ ਦੇ ਪਿਓ ਨੂੰ ਫੜਦੇ ਨੇ, ਜੋਗੀ ਨੇ, ਉਹ ਸਿੱਧ ਨੇ, ਬੰਦੇ ਨਹੀਂ ਆ। ਤੁਸੀਂ ਤੇ ਗ੍ਰਿਸ਼ਤੀ ਹੋ, ਤੁਹਾਡੀ ਤੇ ਘਰ ਵਾਲੀ ਆ, ਤੁਹਾਡੇ 2 ਬੱਚੇ ਨੇ, ਤੁਹਾਨੂੰ ਗਿਆਨ ਕਿੱਥੋਂ ਹੋ ਗਿਆ ਰੱਬ ਦਾ? ਰੱਬ ਦਾ ਗਿਆਨ ਤੇ ਜੋਗੀਆਂ ਕੋ ਹੁੰਦਾ, ਤੁਹਾਡੇ ਕੋ ਕਿੱਥੋਂ ਆ ਗਿਆ ਗਿਆਨ? ਸਭ ਗਿਆਨ ਕੀ ਮੁਦਰਾ ਕਵਣ ਕਥੀ। ਮੁਦਰਾ ਇਹਨੂੰ ਇਸ ਤਰ੍ਹਾਂ ਪੜ੍ਹਨਾ, ਗਿਆਨ ਕੀ ਮੁਦਰਾ ਕਵਣ ਕਥੀ ਹਲੇ। ਗਿਆਨ ਕਿੱਥੋਂ ਮਿਲਦਾ ਰੱਬ ਦਾ?
ਬੜੇ ਦਾਵਾ ਕਰਦੇ ਨੇ ਲੋਕ, ਸਾਡੇ ਕੋਲ ਰੱਬ ਦਾ ਗਿਆਨ, ਅਸੀਂ ਰੱਬ ਦਾ ਗਿਆਨ ਦਿੰਨੇ ਆ, ਪਰ ਇਹਨਾਂ ਨੇ ਬਾਣੀ ਨੂੰ ਨਹੀਂ ਸਮਝਿਆ ਵੀ ਰੱਬ ਦਾ ਗਿਆਨ ਕਿੱਥੋਂ ਮਿਲਦਾ ਹੈ। ਜਦੋਂ ਜੋਗੀਆਂ ਨੇ ਗੱਲ ਕਹੀ, ਗਿਆਨ ਕੀ ਮੁਦਰਾ ਕਵਣ ਕਥੀ ਅਲੇ, ਤੇ ਸਾਹਿਬ ਕਹਿੰਦੇ ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ। ਇਹ ਇੱਕ ਵਾਰੀ ਸ਼ਬਦ ਆਇਆ, ਮੁਦਰਾ ਸ਼ਬਦ ਦੋ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ। ਮੁਦਰਾ ਮੈਨੇ ਤਰੀਕਾ, ਢੰਗ, ਤੇ ਅਕਲਪਤ ਮੁਦਰਾ। ਇਹ ਅਕਲਪਤ ਸ਼ਬਦ ਇਕੱਠਾ ਵਾ ਤੇ ਇੱਕ ਵਾਰੀ ਬਾਣੀ ਚ ਆਇਆ ਵਾ। ਜਿੱਦਾਂ ਕਹਿੰਦੇ ਮਨੋ ਕਲਪਤ, ਕੋਈ ਗੱਲ ਨੂੰ ਕਿਸੇ ਨੂੰ ਕੋਈ ਬਣਾ ਕੇ ਕੋਲੋਂ ਸੁਣਾਵੇ ਨਾ, ਸਾਖੀ, ਜਿੱਦਾਂ ਉਹ ਗਿਆਨੀ ਠਾਕਰ ਸਿੰਘ ਕੋਲੋਂ ਹੀ ਗੱਲਾਂ ਬਣਾ ਕੇ ਕਥਾ ਕਰਦਾ, ਉਹਦੇ ਨਾਲ ਰਲਿਆ ਇੱਕ ਦੋ ਹੋਰ, ਮੈਂ ਨਾ ਹੀ ਨਾ ਲਵਾਂ। ਇੱਕ ਹੁੰਦੀ ਮਨੋਕਲਪਤ, ਇੱਕ ਹੁੰਦੀ ਹੈ ਯਥਾਰਥ, ਅਸਲੀਅਤ। ਜੋਗੀ ਕਹਿਣ ਲੱਗੇ ਗਿਆਨ ਕੀ ਮੁਦਰਾ, ਗਿਆਨ ਪਾਉਣ ਦਾ ਕੀ ਤਰੀਕਾ ਹੈ? ਸਾਹਿਬ ਕਹਿੰਦੇ ਅਕਲਪਤ ਮੁਦਰਾ। ਇੱਕ ਹੁੰਦੀ ਮਨੋਕਲਪ ਤੇ ਇੱਕ ਹੁੰਦਾ ਅਕਲਪਤ, ਅਸਲੀਅਤ। ਆਮ ਤੁਸੀਂ ਗੱਲਾਂ ਕਰਦੇ ਕਈ ਵਾਰੀ ਸੋਚਦੇ ਯਾਰ ਤੂੰ ਤੇ ਮਨੋਕਲਪ ਤੇ ਕਹਾਣੀਆਂ ਜੋੜੀ ਜਾਣਾ। ਇੱਥੇ ਹੁਣ ਕਹਿੰਦਾ ਅਕਲਪਤ ਮੁਦਰਾ। ਇਹ ਸਿੱਧ ਗੋਸ਼ ਦਾ ਬਚਨ ਹੈ ਤੇ ਇੱਕੇ ਵਾਰੀ ਗੁਰੂ ਗ੍ਰੰਥ ਸਾਹਿਬ ਚ ਆਇਆ ਅਕਲਪਤ ਮੁਦਰਾ। ਰੱਬੀ ਗਿਆਨ ਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਹੈ। ਤੁਸੀਂ ਸਾਹ ਰੋਕਦੇ ਹੋ, ਖਿੱਚਦੇ ਹੋ, ਫਿਰ ਰੋਕਦੇ ਹੋ, ਫਿਰ ਕੱਢਦੇ ਹੋ, ਪਦਮ ਆਸਣ ਲਾਉਂਦੇ ਹੋ। ਸਾਹਿਬ ਕਹਿੰਦੇ ਇਹ ਨਹੀਂ ਹੈ ਤਰੀਕਾ। ਕਹਿਣ ਲੱਗੇ ਫਿਰ ਕਿਹੜਾ ਤਰੀਕਾ ਹੈ? ਗਿਆਨ ਕੀ ਮੁਦਰਾ ਕਵਣ ਕਥੀ ਅਲੇ। ਸਾਹਿਬ ਕਹਿੰਦੇ ਅਕਲਪਤ ਮੁਦਰਾ, ਅਸਲੀਅਤ, ਅਸਲੀ ਗਿਆਨ ਰੱਬ ਦਾ। ਅਕਲਪਤ, ਮਨੋਕਲਪਤ ਨਹੀਂ, ਅਕਲਪਤ ਮੁਦਰਾ। ਜੇ ਤੁਸੀਂ ਵਾਕਿਆ ਰੱਬ ਦਾ ਗਿਆਨ ਪਾਉਣਾ ਚਾਹੁੰਦੇ ਹੋ ਤਾਂ ਸਾਹਿਬ ਕਹਿੰਦੇ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ। ਤੁਸੀਂ ਬਾਣੀ ਦੇ ਗਿਆਨ ਨਾਲ ਜੁੜੋ ਜੇ ਰੱਬ ਦਾ ਗਿਆਨ ਚਾਹੁੰਦੇ ਹੋ ਤਾਂ। ਬਾਣੀ ਦੇ ਗਿਆਨ ਤੋਂ ਬਿਨਾਂ ਤੁਹਾਨੂੰ ਰੱਬ ਦਾ ਗਿਆਨ ਨਹੀਂ ਜੀ ਹੋਣਾ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ। ਗੁਰੂ ਦੇ ਗਿਆਨ ਦੀ ਚਰਚਾ ਕਰੋ। ਗੁਰੂ ਨਾਨਕ ਸਾਹਿਬ ਸਾਰੀ ਜ਼ਿੰਦਗੀ ਗਿਆਨ ਦੀ ਚਰਚਾ ਕਰਦੇ ਰਹੇ ਤੇ ਚਰਚਾ ਕਰਨ ਵਾਸਤੇ ਸਾਹਿਬ ਨੇ ਸੰਗਤ ਬਣਾਈ ਹੈ। ਚਰਚਰੀ ਚਰਚਾ ਕਰੋ। ਇਹ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਸੂਰਜ ਜਦੋਂ ਦਿਖ ਜਾਵੇ ਆਸਾ ਦੀ ਵਾਰ ਬੰਦ ਕਰ ਦਿਓ ਤੇ ਕਥਾ ਆਰੰਭ ਕਰ ਦਿਓ। ਇਹ ਤੇ 10 ਗੁਰੂ ਸਾਹਿਬ ਇਸ ਤਰ੍ਹਾਂ ਕਰਦੇ ਰਹੇ ਨੇ ਕਿ ਜੈਸੇ ਆਸਾ ਦੀ ਵਾਰ ਬੰਦ ਹੋਈ ਕਥਾ ਸ਼ੁਰੂ ਕਰ ਦਿਓ। ਤੇ ਸਿੱਖ ਤੇ ਗੁਰਦੁਆਰੇ ਵੜਦਾ ਹੀ ਨਹੀਂਗਾ ਤੇ ਇਹ ਆਸਾ ਦੀ ਵਾਰ ਕਿੱਥੋਂ ਲਾਊਗਾ ਤੇ ਕਥਾ ਕਿੱਥੋਂ ਸੁਣੂਗਾ? ਇਹਨੂੰ ਤੇ ਫਿਕਰ ਪਿਆ ਵੀ ਮੈਂ ਸੜਕ ਤੇ ਲੰਗਰ ਲਾਉਣਾ। ਇਹਨੂੰ ਬਹੁਤਾ ਫਿਕਰ ਪੈ ਗਿਆ ਲੰਗਰ ਲਾਉਣ ਦਾ, ਜਿਹਦੀ ਲੋੜ ਹੀ ਕੋਈ ਨਹੀਂ ਹੈ। ਇਹ ਫਜ਼ੂਲ ਕੰਮਾਂ ਦਾ ਫਿਕਰ ਪਤਾ ਨਹੀਂ ਸਿੱਖ ਕੌਮ ਨੂੰ ਕਿਉਂ ਪਿਆ ਹੋਇਆ। ਜਦੋਂ ਜੋਗੀਆਂ ਨੇ ਆਖਿਆ ਬਾਬਾ ਜੀ ਗਿਆਨ ਕਿਵੇਂ ਮਿਲਦਾ ਹੈ? ਗਿਆਨ ਕੀ ਮੁਦਰਾ, ਮੁਦਰਾ ਤਰੀਕਾ। ਇਹ ਦੋ ਵਾਰੀ ਸ਼ਬਦ ਮੁਦਰਾ। ਇਹ ਬਾਣੀ ਅਥਾਹ ਸਾਗਰ ਹੈ। ਗਿਆਨ ਕੀ ਮੁਦਰਾ, ਗਿਆਨ ਨੂੰ ਪਾਉਣ ਦਾ ਕਿਹੜਾ ਤਰੀਕਾ ਹੈ? ਸਭ ਕਹਿੰਦੇ ਅਕਲਪਤ ਮੁਦਰਾ, ਅਸਲੀ ਜਿਹੜਾ ਤਰੀਕਾ ਹੈ, ਨਕਲੀ ਨਹੀਂ, ਮਨੋਕਲਪਤ ਨਹੀਂ, ਅਕਲਪਤ ਮੁਦਰਾ। ਗੁਰ ਗਿਆਨ ਵਿਚਾਰੀ ਅਲੇ। ਸਾਹਿਬ ਕਹਿੰਦੇ ਗੁਰੂ ਦੇ ਗਿਆਨ ਦੀ ਚਰਚਾ ਕਰੋ ਜਿੱਦਾਂ ਭਾਈ ਮਨੀ ਸਿੰਘ ਹੁਣੀ ਕਰਦੇ ਸੀ। ਇਹ ਅੱਜ ਦੇ ਲੁਧਿਆਣੇ ਵਾਲੇ ਗਿਆਨੀ ਵਾਂਗੂ ਪੈਸਾ ਕਮਾਉਣ ਵਾਸਤੇ ਨਹੀਂ ਗਿਆਨ ਉਹ ਕਰਦੇ ਸੀ। ਭਾਈ ਮਨੀ ਸਿੰਘ ਨੇ ਸਾਰੀ ਜ਼ਿੰਦਗੀ ਕਥਾ ਕੀਤੀ, 1 ਰੁਪਈਆ ਨਹੀਂ ਲਿਆ। ਤੇ ਅੱਜ ਦੇ ਗਿਆਨੀ ਇੱਕ ਦਿਨ ਵੀ ਕਥਾ ਪੈਸੇ ਤੋਂ ਬਿਨਾਂ ਨਹੀਂ ਕਰਦੇ। ਤੇ ਗੁਰੂ ਦੇ ਗਿਆਨ ਨੂੰ ਤੁਸੀਂ ਵੇਚਦੇ ਫਿਰਦੇ ਹੋ। ਤੁਸੀਂ ਗੁਰੂ ਨੂੰ ਵੇਚ ਛੱਡਿਆ ਹੈ ਤੇ ਤੁਹਾਨੂੰ ਕੀ ਮਿਲਣਾ? ਕੱਖ ਵੀ ਨਹੀਂ ਮਿਲਣਾ।
ਲੋਕਾਂ ਕੋਲ ਸਰੋਪੇ ਮਿਲ ਜਾਣਗੇ, ਲੋਈਆਂ ਮਿਲ ਜਾਣਗੀਆਂ, ਗੁਰੂ ਕੋ ਕੱਖ ਵੀ ਨਹੀਂ ਮਿਲੇਗਾ। ਲਈ ਜੋ ਲੋਈਆਂ ਸਰੋਪੇ, ਬਣਾਈ ਜੋ ਲੁਧਿਆਣੇ ਪਲਾਟ, ਜਿੰਨੇ ਕਿੰਨੇ ਕੁ ਬਣਾ ਲੋਗੇ। ਤੁਹਾਡੇ ਤੋਂ ਪਹਿਲਾਂ ਲੁਧਿਆਣੇ ਪਲਾਟ ਬਣਾ ਕੇ ਕਈ ਤੁਰ ਗਏ ਨੇ। ਜਦੋਂ ਅਸੀਂ ਉਹਨਾਂ ਗਿਆਨੀਆਂ ਨੂੰ ਖਾਲੀ ਵੇਖਦੇ ਆ, ਉਹਨਾਂ ਜਿਹੜੇ ਸਾਰੀ ਜ਼ਿੰਦਗੀ ਜਿਹੜੇ ਬਾਣੀ ਦੀ ਕਥਾ ਕਰਦੇ ਰਹੇ, ਉਹਨਾਂ ਨੂੰ ਸਹਿਜ ਨਹੀਂ ਆਇਆ, ਸੰਤੋਖ ਨਹੀਂ ਆਇਆ, ਫਿਰ ਅਸੀਂ ਕਹਿੰਦੇ ਕਥਾ ਕਦ ਲਈ ਕਰਨੀ ਹੈ। ਸਾਡੇ ਵਰਗੇ ਤਾਂ ਉਹ ਗਿਆਨੀ ਨੇ ਜਿੱਦਾਂ ਦੇ ਅਸੀਂ ਟੁੱਟੇ ਫੁੱਟੇ ਆ, ਅਸੀਂ ਕਰੋਧੀ ਆ, ਕਥਾ ਕਰਨ ਵਾਲੇ ਵੀ ਕਰੋਧੀ ਨੇ। ਅਸੀਂ ਮੋਹ ਮਮਤਾ 'ਚ ਫਸੇ ਹਾਂ, ਕਥਾ ਕੀਰਤਨ ਕਰਨ ਵਾਲੇ ਮੋਹ ਮਮਤਾ 'ਚ ਫਸੇ ਹੋਏ ਨੇ, ਤੇ ਸਾਡਾ ਤੇ ਉਹਨਾਂ ਦਾ ਕੀ ਫਰਕ ਹੋਇਆ ਫਿਰ। ਨਹੀਂ, ਉਹਨਾਂ ਨੇ ਕਥਾ ਕੀਰਤਨ ਪੈਸਿਆਂ ਵਾਸਤੇ ਕੀਤੀ ਆ। ਜਿੱਦਣ ਸਿੱਖ ਕਥਾ ਕੀਰਤਨ ਆਪਣੇ ਵਾਸਤੇ ਕਰੇਗਾ, ਕਥਾ ਵੀ ਆਪਣੇ ਵਾਸਤੇ ਹੁੰਦੀ ਆ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ। ਟੀਕਾ ਪੜ ਕੇ ਕਥਾ ਲੋਕਾਂ ਨੂੰ ਸੁਣਾਉਂਦਾ ਫਿਰਦਾ ਹੈ, ਤੇਰੀ ਆਪਣੀ ਰਹਿਤ ਹੀ ਕੋਈ ਨਹੀਂ ਹੈ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ। ਅਵਰ ਦੇਸ ਆਪ ਨਾ ਕਮਾਵੇ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ। ਗਿਆਨ ਦੁਆਰਾ ਵੀ ਤੁਸੀਂ ਧੰਦਾ ਕੀਤਾ ਹੈ। ਇੱਕ ਦਿਹਾੜੀ ਲਾਉਂਦਾ ਤੇ ਤੁਸੀਂ ਗਿਆਨ ਰਾਹੀਂ ਪੈਸੇ ਕਮਾ ਲਏ। ਦਿਹਾੜੀਦਾਰ ਜੀ ਤੇ ਤੁਹਾਡੇ 'ਚ ਕੀ ਫਾਇਦਾ, ਫਰਕ ਹੋ ਗਿਆ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ। ਕਹਿ ਕਬੀਰ ਇੱਕ ਰਾਮ ਨਾਮ, ਇਹ ਜਗ ਮਾਇਆ ਅੰਧਾ। ਅੰਨੇ ਹੋਏ ਫਿਰਦੇ ਗਿਆਨੀ ਪੈਸਿਆਂ ਵਿੱਚ ਵੀ। ਗਿਆਨੀ ਹੋ ਕੇ ਤੁਸੀਂ ਪੈਸਾ ਲੈ ਕੇ ਕਥਾ ਕਰੋ, ਤੁਸੀਂ ਗੁਰੂ ਵੇਚ ਛੱਡਿਆ ਹੈ। ਤੇ ਜਿਹੜੀ ਕੌਮ ਸਾਡੀ ਅੱਜ ਸੜਕਾਂ ਤੇ ਲੰਗਰ ਲਾ ਕੇ ਬਰਬਾਦੀ ਦੇ ਰਾਹ ਤੁਰੀ ਹੋਈ ਆ, ਇਹ ਪੈਸੇ ਵਾਲਿਆਂ ਗਿਆਨੀਆਂ ਦੀ ਦੇਣ ਹੈ। ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ। ਗੁਰਦਾਸਪੁਰ ਜ਼ਿਲ੍ਹੇ 'ਚ ਇੱਕੋ ਹੀ ਪ੍ਰਚਾਰਕ ਹੈ, ਡਾਕਟਰ ਸ਼ਿਵ ਸਿੰਘ। ਉਹ ਕੱਢਦਾ ਗਾਲਾਂ ਲੰਗਰ ਲਾਉਣ ਵਾਲਿਆਂ ਨੂੰ, ਉਹ ਕੱਢਦਾ ਗਾਲਾਂ ਸੰਗ ਵਿੱਚ ਜਾਣ ਵਾਲਿਆਂ ਨੂੰ, ਗਾਲਾਂ ਕੱਢਦਾ। ਉਹ ਆ ਸੂਰਮਾ, ਇਹਨੂੰ ਕਹਿੰਦੇ ਨੇ ਪ੍ਰਚਾਰਕ। ਉਹ ਡਾਕਟਰ ਸ਼ਿਵ ਸਿੰਘ ਜੀ ਕਹਿੰਦੇ, ਉਹ ਲੰਗਰ ਲਾ ਲਾ ਕੇ ਪੈਸਾ ਕਿਉਂ ਬਰਬਾਦ ਕਰਦੇ ਹੋ ਕੌਮ ਦਾ। ਸੰਗਾਂ ਦੇ ਨਾਂ ਕਿ ਅਸੀਂ ਸੰਗ 'ਚ ਜਾਣਾ, ਸੰਗ ਦੇ ਨਾਂ ਤੇ ਤੁਸੀਂ ਜਾ ਕੇ ਉੱਥੇ ਖਰਮਸਤੀਆਂ ਕਰਦੇ ਹੋ ਤੇ ਬਰਬਾਦੀਆਂ ਕਰਦੇ ਹੋ। ਕਿਉਂ ਜਾਂਦੇ ਹੋ ਸੰਗਾਂ ਦੇ ਪਿੱਛੇ। ਇਹਨੂੰ ਕਹਿੰਦੇ ਆ ਪ੍ਰਚਾਰਕ। ਗਾਲਾਂ ਕੱਢੇ ਲੰਗਰ ਲਾਉਣ ਵਾਲਿਆਂ ਨੂੰ, ਕੱਢਦੇ ਡਾਕਟਰ ਸ਼ਿਵ ਸਿੰਘ ਹੋਣੀ। ਉਹ ਗਾਲਾਂ ਕੱਢਦੇ ਸੰਗ ਦੇ ਪਿੱਛੇ ਜਾਣ ਵਾਲਿਆਂ ਤੇ ਸੰਗ ਲਿਆਉਣ ਵਾਲਿਆਂ ਨੂੰ ਤੇ ਸੰਗ ਸੱਦਣ ਵਾਲਿਆਂ ਨੂੰ ਗਾਲਾਂ ਕੱਢਦੇ ਆਓ। ਇਹ ਆ ਸੂਰਮਾ, ਕਬੀਰ ਸਤਿਗੁਰ ਸੂਰਮੇ। ਇਹਨੂੰ ਕਹਿੰਦੇ ਬਾਣ ਬਾਉਣਾ, ਤੀਰ ਚਲਾਉਣੇ, ਲੋਈ ਲੈ ਕੇ, ਸਰੋਪਾ ਲੈ ਕੇ, ਲਿਫਾਫਾ ਲੈ ਕੇ ਘਰ ਨੂੰ ਤੁਰ ਜਾਣਾ। ਕੌਮ ਸੜਕਾਂ ਤੇ ਹੋਵੇ ਬਰਬਾਦ, ਲੰਗਰ ਲਾ ਲਾ ਕੇ ਢੱਠੇ ਖੂਹ 'ਚ ਜਾਵੇ। ਸਾਨੂੰ ਤਾਂ ਪੈਸਾ ਮਿਲ ਗਿਆ। ਨਹੀਂ, ਤਾਈਓ ਤੇ ਬੇੜਾ ਗਰਕ ਹੋਇਆ ਹੈ। ਤਾਈਓ ਤੇ ਕਹਿੰਦੇ ਕਥਾ ਨਾ ਕੀ ਹੁੰਦਾ ਹੈ, ਕੁਛ ਵੀ ਨਹੀਂ ਹੁੰਦਾ ਕਥਾ ਨਾ। ਤਾਂ ਕੀਰਤਨ ਨਾ ਕੀ ਹੁੰਦਾ, ਕੱਖ ਵੀ ਨਹੀਂ ਹੁੰਦਾ। ਕਿਉਂ? ਇਹਨਾਂ ਲੋਕਾਂ ਨੇ ਪੈਸਾ ਕਮਾ ਲਿਆ ਕਥਾ ਨਾਲ, ਇਹਨਾਂ ਲੋਕਾਂ ਨੇ ਪੈਸਾ ਕਮਾ ਲਿਆ ਕੀਰਤਨ ਨਾਲ, ਤੇ ਫਿਰ ਹੋਣਾ ਕੀ ਹੈ, ਕੱਖ ਵੀ ਨਹੀਂ ਹੋਣਾ। ਜਦੋਂ ਨਾ ਆਖਿਆ ਬਾਬਾ ਜੀ ਗਿਆਨ ਦਾ ਅਸਲੀ ਤਰੀਕਾ ਕਿਹੜਾ ਹੈ, ਗਿਆਨ ਕੀ ਮੁਦਰਾ ਕਵਣ ਕਥੀਅਲੇ, ਕਿਹੜੇ ਤਰੀਕੇ ਨਾਲ ਰੱਬ ਦਾ ਅਸਲੀ ਗਿਆਨ ਮਿਲਦਾ ਹੈ। ਸਾਹਿਬ ਕਹਿੰਦੇ ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੀਅਲੇ। ਸਿੱਖਾ ਤੂੰ ਕਥਾ ਕਰ ਆਪਣੇ ਵਾਸਤੇ, ਪੈਸੇ ਕਮਾਉਣ ਵਾਸਤੇ ਕਥਾ ਨਾ ਕਰ। ਪੈਸੇ ਕਮਾਉਣ ਵਾਸਤੇ ਹੋਰ ਬੜੇ ਰੋਜ਼ਗਾਰ ਨੇ, ਰੋਟੀ ਕਮਾ ਕਿਸੇ ਹੋਰ ਤਰੀਕੇ ਨਾਲ, ਕਥਾ ਨਾਲ ਰੋਟੀ ਨਾ ਕਮਾ ਤੂੰ। ਜੇ ਤੂੰ ਕਥਾ ਨਾਲ ਰੋਟੀ ਕਮਾਵੇਂਗਾ ਤੇ ਤੇਰੀਆਂ ਕੌਮਾਂ ਉਜਾੜੇ ਪੈ ਜਾਣਗੇ, ਉੱਜੜ ਜਾਣਗੀਆਂ ਤੁਹਾਡੀਆਂ ਕੌਮਾਂ। ਜੇ ਤੁਸੀਂ ਕਥਾ ਰਾਹੀਂ ਪੈਸਾ ਕਮਾਓਗੇ ਤਾਂ ਤੁਹਾਡੇ ਧਰਮ ਨੂੰ ਲੋਕੀ ਛੱਡ ਜਾਣਗੇ। ਜੇ ਤੁਸੀਂ ਕਥਾ ਕੀਰਤਨ ਦੇ ਰਾਹੀਂ ਪੈਸਾ ਕਮਾਓਗੇ ਤਾਂ। ਕਿਉਂ? ਜਦੋਂ ਤੁਸੀਂ ਪੈਸਾ ਕਮਾਓਗੇ ਤੇ ਤੁਹਾਡੇ ਕੋ ਉਹ ਸੱਚ ਬੋਲਿਆ ਨਹੀਂ ਜਾਣਾ।
ਜੇ ਡਾਕਟਰ ਸਿਵ ਸਿੰਘ ਹੁਣੀ ਸੱਚ ਬੋਲਦੇ ਨੇ ਤਾਂ ਪੈਸਾ ਨਹੀਂ ਕਮਾਉਂਦੇ। ਜਿੱਦਣ ਉਹ ਵੀ ਪੈਸਾ ਕਮਾਉਣ ਲੱਗ ਪਏ ਉਹ ਵੀ ਤੁਹਾਡੇ ਵਾਂਗੂ ਕਥਾ ਕਰਨਗੇ ਜਿੱਦਾਂ ਅਸੀਂ ਕਰਦੇ ਹਾਂ। ਉਹ ਸਾਡੇ ਵਾਂਗੂ ਕਰਨਗੇ ਫਿਰ ਉਹ ਵੀ। ਸਾਹਿਬ ਕਹਿੰਦੇ ਅਕਲਪਤ ਮੁਦਰਾ, ਮੁਦਰਾ ਫਿਰ ਮੈਂ ਕਹਦੇ ਇੱਕ ਹੁੰਦਾ ਮੁੰਦਰਾਂ ਜਿਹੜੀਆਂ ਕੰਨਾਂ 'ਚ ਪਾਈਆਂ ਜਾਂਦੀਆਂ, ਇੱਕ ਹੁੰਦਾ ਮੁਦਰਾ ਤਰੀਕਾ। ਅਕਲਪਤ ਮੁਦਰਾ ਇਹ ਗੁਰੂ ਨਾਨਕ ਸਾਹਿਬ ਤੋਂ ਕੋਈ ਵੱਡਾ ਸਿਆਣਾ ਨਹੀਂ ਹੈ। ਉਹ ਸਾਰੀ ਲੁਕਾਈ ਨੂੰ ਤੇ ਸਿੱਧਾ ਨੂੰ ਕਹਿ ਰਹੇ ਨੇ ਕਿ ਜੇ ਤੁਸੀਂ ਵਾਕਿਆ ਹੀ ਰੱਬ ਦਾ ਗਿਆਨ ਪਾਉਣਾ ਚਾਹੁੰਦੇ ਹੋ ਤੇ ਗੁਰ ਗਿਆਨ ਵਿਚਾਰੀ ਵਾਲੇ ਗੁਰੂ ਕੇ ਗਿਆਨ ਦੀ ਚਰਚਾ ਕਰੋ, ਜਿੱਦਾਂ ਭਾਈ ਮਨੀ ਸਿੰਘ ਹੋਣੀ ਚਰਚਾ ਕਰਦੇ ਸਨ, ਜਿੱਦਾਂ ਗੁਰੂ ਗੋਬਿੰਦ ਸਿੰਘ ਹੋਣੀ ਗਿਆਨ ਦੀ ਚਰਚਾ ਸੱਚੇ ਪਾਤਸ਼ਾਹ ਆਪ ਕਰਦੇ ਰਹੇ ਨੇ। ਮੈਂ ਫੇਰ ਕਹਿ ਦਿਆਂ ਸਾਰੀ ਜ਼ਿੰਦਗੀ ਕਥਾ ਕਰਨ ਵਾਲੇ ਭਾਈ ਮਨੀ ਸਿੰਘ ਹੋਰੀ ਇੱਕ ਪੈਸਾ ਨਹੀਂ ਕਮਾਇਆ ਇਸ ਕਥਾ ਨਾਲ। ਕਥਾ ਕੋਈ ਕਮਾਈ ਦਾ ਸਾਧਨ ਹੈ, ਕੀਰਤਨ ਕੋਈ ਕਮਾਈ ਦਾ ਸਾਧਨ ਹੈ? ਨਹੀਂ ਨਹੀਂ ਨਹੀਂ। ਤਾਈਓ ਤੇ ਕੁਛ ਗਿਆਨ ਨੇ ਕੀਤਾ ਨਹੀਂ ਸਾਡੇ ਅੰਦਰ, ਤਾਈਓ ਤੇ ਬਦਲਾਅ ਨਹੀਂ ਆਇਆ, ਤਾਈਓ ਤੇ ਕੌਮ ਕਿਰਾਏ ਪਈ ਹੋਈ ਹੈ। ਬੇਬਾਕ ਪ੍ਰਚਾਰਕ ਭਾਈ ਮਨੀ ਸਿੰਘ ਵਰਗਾ, ਬੇਬਾਕ ਪ੍ਰਚਾਰਕ ਡਾਕਟਰ ਸਿਵ ਸਿੰਘ ਹੋਣੀ, ਇਦਾਂ ਦੇ ਪ੍ਰਚਾਰਕ ਮਿਲਣੇ ਧਰਤੀ ਤੇ। ਬੇਬਾਕ, ਡਰ ਹੀ ਕੋਈ ਨਹੀਂ, ਗਾਲਾਂ ਕੱਢਦੇ ਨੇ ਸਾਰਿਆਂ ਨੂੰ। ਜੇ ਕਥਾ ਵਿੱਚ ਗਾਲਾਂ ਨਾ ਕੱਢੀਆਂ ਜਾਣ ਤੇ ਕਥਾ ਕਾਹਦੀ ਹੁੰਦੀ ਆ? ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਘਰਾਂ ਨੂੰ ਤੁਰ ਜਾਂਦੇ ਹੋ, ਕੜਾਹ ਖਾ ਕੇ ਗੁਰਦੁਆਰਿਆਂ ਤੋਂ ਘਰਾਂ ਨੂੰ ਜਾ ਵੜਦੇ ਹੋ, ਕੀਰਤਨ ਦਰਬਾਰ ਤੇ ਲੰਗਰ ਖਾ ਕੇ ਘਰੇ ਜਾ ਕੇ ਸੌਂ ਜਾਂਦੇ ਹੋ। ਕੱਢਦੇ ਨੇ ਗਾਲਾਂ ਡਾਕਟਰ ਸਿਵ ਸਿੰਘ ਹੋਣੀ। ਰੱਬ ਖੈਰ ਕਰੇ। ਜਦੋਂ ਜੋਗੀਆਂ ਨੇ ਆਖਿਆ ਬਾਬਾ ਜੀ ਗਿਆਨ ਕਿਵੇਂ ਮਿਲੇ, ਗਿਆਨ ਕੀ ਮੁੰਦਰਾ ਕਵਣ ਕਥੀਲੇ, ਭੁਗਤ ਗਿਆਨ। ਗਿਆਨਵਾਨ ਬੰਦਾ ਮੂਰਖਤਾਈ ਨਹੀਂ ਕਰੇਗਾ। ਮੈਂ ਫੇਰ ਕਹਿ ਦਿਆਂ ਜਿਹੜੇ ਗਿਆਨਵਾਨ ਸਿਆਣੇ ਨੇ ਉਹ ਕਹਿੰਦੇ ਜੰਗ ਲੱਗੀ ਸਾਨੂੰ ਬਾਹਰ ਕੱਢੋ ਯੂਕਰੇਨ ਤੋਂ, ਤੇ ਸਾਡੇ ਇੱਥੇ ਮੂਰਖ ਬੈਠੇ ਕਹਿੰਦੇ ਅਸੀਂ ਉੱਥੇ ਜਾਣਾ, ਵੀਜ਼ਾ ਦਿਓ ਸਾਨੂੰ। ਮਰਨਾ ਤੇ ਇੱਥੇ ਮਰ ਜਾਓ, ਉੱਥੇ ਜਾ ਕੇ ਗੱਲ ਹੀ ਮਰਨਾ ਤੁਸੀਂ। ਇੱਥੇ ਮਰਨ ਨੂੰ ਥੋੜੀ ਜਗ੍ਹਾ, ਜਿੱਥੇ ਮਰਜੀ ਮਰ ਜਾਓ। ਮਰਨ ਦੀ ਬੜੀ ਦੁਨੀਆ। ਇਹ ਮੂਰਖਤਾ ਦੀ ਨਿਸ਼ਾਨੀ ਹੈ। ਸਾਹਿਬ ਕਹਿੰਦੇ ਅਕਲਪਤ ਮੁਦਰਾ। ਅਸਲੀ ਗਿਆਨ ਕਿੱਥੋਂ ਮਿਲਦਾ? ਸਾਹਿਬ ਕਹਿੰਦੇ ਗੁਰ ਗਿਆਨ ਵਿਚਾਰੀ ਵਾਲੇ। ਕਹਿੰਦੇ ਜਿੱਦਣ ਸਿੱਖ ਨੇ ਗੁਰੂ ਦੇ ਗਿਆਨ ਦੀ ਅਸਲ ਵਿੱਚ ਚਰਚਾ ਕਰ ਲਈ, ਤੇ ਚਰਚਾ ਪੈਸੇ ਕਮਾਉਣ ਵਾਸਤੇ ਨਹੀਂ, ਚਰਚਾ ਜੀਵਨ ਨੂੰ ਬਣਾਉਣ ਵਾਸਤੇ ਕੀਤੀ। ਜਿਸ ਦਿਨ ਭਾਈ ਮਨੀ ਸਿੰਘ ਵਾਂਗੂ ਚਰਚਾ ਕੀਤੀ, ਜਿਸ ਦਿਨ ਪ੍ਰਚਾਰਕ ਨੇ। ਇਹ ਨਹੀਂ 10 ਜਾਣਿਆਂ ਨੂੰ ਮੱਥਾ ਟੇਕ ਕੇ ਤੇ ਫਿਰ ਮੰਜੀ ਹਾਲਤ ਤੇ ਪਹੁੰਚੇ ਕਥਾ ਕਰਨ ਵਾਸਤੇ, ਤੇ ਜਿਹੜਾ 10 ਬੰਦਿਆਂ ਨੂੰ ਮੱਥਾ ਟੇਕ ਕੇ ਮੰਜੀ ਹਾਲ ਕਥਾ ਕਰਨ ਗਿਆ, ਉਹ ਕਥਾ ਬੰਦਿਆਂ ਦੀ ਕਰੂਗਾ, ਗੁਰੂ ਦੀ ਨਹੀਂ ਕਰੇਗਾ, ਉਹ ਰੱਬ ਦੀ ਨਹੀਂ ਕਰੇਗਾ, ਉਹ ਬੰਦਿਆਂ ਦੀ ਕਥਾ ਕਰੇਗਾ ਉੱਥੇ ਬਹਿ ਕੇ। ਸਿੰਘ ਸਾਹਿਬ ਜੀ ਦਾ ਧੰਨਵਾਦ ਜੀ, ਸਾਨੂੰ ਟਾਈਮ ਦੇ ਦਿੱਤਾ। ਉਹ ਬੰਦਿਆਂ ਦੀ ਕਥਾ ਕਰਨਗੇ। ਉਹਦਾ ਸਾਹਿਬ ਉਹ ਜਦੋਂ ਨਾ ਆਖਿਆ ਵੀ ਜੇ ਤੁਸੀਂ ਅਸਲੀ ਗਿਆਨ ਚਾਹੁੰਦੇ ਫਿਰ ਗੁਰੂ ਦੀ ਗਿਆਨ ਦੀ ਚਰਚਾ ਕਰੋ। ਕਹਿੰਦੇ ਗੁਰੂ ਦੇ ਚਰਚਾ ਵਿੱਚੋਂ ਗਿਆਨ ਕਿਵੇਂ ਮਿਲ ਜੂਗਾ? ਉਹ ਤੁਹਾਨੂੰ ਦੱਸਿਆ ਵੀ ਉਹ ਪਿਓ ਦੇ ਪਿਓ ਨੂੰ ਫੜਦੇ ਨੇ, ਜੋਗੀ ਨੇ, ਬੰਦੇ ਨਹੀਂ ਆ। ਉਹ ਰਾਜੇ ਨੇ, ਉਹਨਾਂ ਰਾਜ ਭਾਗ ਛੱਡੇ ਹੋਏ ਨੇ ਤੇ ਤਪੱਸਿਆ ਕਰਨ ਦੇ ਨੇ, ਉਹ ਧਰਮ ਕਮਾਉਣ ਦੇ ਨੇ। ਉਹ ਜਿਹੜੇ ਜੋਗੀ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ, ਅੱਜ ਕੱਲ ਦੇ ਉਹਦੇ ਨਾਂ ਦਾ ਉਸ ਤਰ੍ਹਾਂ ਦਾ ਕੋਈ ਜੋਗੀ ਧਰਤੀ ਤੇ ਹੈ ਹੀ ਨਹੀਂ ਹੈ। ਜਿਨ੍ਹਾਂ ਨੇ ਵੱਡੇ ਵੱਡੇ ਰਾਜ ਛੱਡੇ ਸੀ ਉਹ ਜੋਗੀ ਸਨ। ਭਰਥਰੀ ਵਰਗੇ, ਗੋਪੀ ਚੰਦ ਵਰਗੇ ਰਾਜੇ ਸਨ। ਉਹ ਕਹਿਣ ਲੱਗੇ ਵੀ ਗੁਰੂ ਦੇ ਗਿਆਨ ਵਿੱਚੋਂ ਅਸਲੀ ਗਿਆਨ ਕਿਵੇਂ ਮਿਲ ਜਾਏਗਾ? ਉਹ ਕਹਿੰਦੇ ਅਬ ਗੁਰਬਚਨੀ ਅਵਗਤ ਸਮਾਈਏ। ਜਦੋਂ ਗੁਰੂ ਦੇ ਬਚਨਾਂ ਨੂੰ ਕੋਈ ਜਪੇ ਜਾਏਗਾ, ਜਦੋਂ ਗੁਰੂ ਕੇ ਬਚਨਾਂ ਨੂੰ ਕੋਈ ਵਿਚਾਰੀ ਜਾਏਗਾ, ਜਦੋਂ ਕੋਈ ਗੁਰੂ ਕੇ ਬਚਨਾਂ ਨੂੰ ਧਿਆਈ ਜਾਏਗਾ, ਗੁਰਬਚਨੀ ਅਵਗਤ ਸਮਾਈਏ ਤਤ ਨਿਰੰਜਨ ਸਹਿਜ ਲਹੇ।
ਤੇ ਗੁਰੂ ਦੇ ਬਚਨਾਂ ਵਿੱਚ ਵੱਡੀ ਬਰਕਤ ਦਾ ਇਹ ਰੱਬ ਵਿੱਚ ਲੀਨ ਕਰ ਦਿੰਦਾ ਵਾ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਾਏ ਨ ਸਾਕੇ ਜਾਲੇ। ਗੁਰ ਕੇ ਬਚਨ ਮੋਹਿ ਪਰਮਗਤ ਪਾਈ, ਗੁਰ ਕੇ ਬਚਨ ਮਿਟਿਓ ਮੇਰਾ ਆਪ, ਗੁਰ ਕੇ ਬਚਨ ਮੇਰਾ ਵੱਡ ਪ੍ਰਤਾਪ। ਜਦੋਂ ਨਾ ਆਖਿਆ ਗੁਰੂ ਕੇ ਬਚਨਾਂ ਨਾਲ ਅਸਲੀ ਗਿਆਨ ਕਿਵੇਂ ਮਿਲ ਜਾਂਦਾ ਹੈ, ਸਾਹਿਬ ਕਹਿੰਦੇ ਗੁਰ ਬਚਨੀ ਅਬਗਤ ਸਮਾਈਏ, ਤਤ ਨਿਰੰਜਨ ਸਹਿਜ ਲਹੇ। ਤੇ ਕਹਿੰਦੇ ਫਿਰ ਗੁਰੂ ਦਾ ਗਿਆਨ ਕਿਵੇਂ ਮਿਲਦਾ ਹੈ? ਤੁਹਾਨੂੰ ਦੱਸਿਆ ਵੀ ਉਹ ਪਿਓ ਦੇ ਪਿਓ ਨੂੰ ਫੜਦਾ ਨੇ। ਬਾਬਾ ਜੀ ਇੱਕ ਜਵਾਬ ਦਿੰਦੇ ਨੇ, ਉਹਦੇ ਵਿੱਚੋਂ ਹੀ ਉਹ ਸਵਾਲ ਪੈਦਾ ਕਰ ਦਿੰਦੇ ਨੇ। ਬੜੇ ਕਮਾਲ ਦੇ ਸਿੱਧ ਨੇ। ਕਹਿੰਦੇ ਜੇ ਰੱਬ ਦਾ ਗਿਆਨ ਗੁਰੂ ਦੇ ਬਚਨਾਂ ਵਿੱਚੋਂ ਮਿਲਦਾ ਹੈ ਤੇ ਫਿਰ ਗੁਰੂ ਦਾ ਗਿਆਨ ਕਿੱਥੋਂ ਮਿਲਦਾ ਹੈ? ਉਹ ਗੁਰੂ ਵਾਲਾ ਗਿਆਨ ਕਿੱਥੋਂ ਮਿਲਦਾ ਹੈ? ਜੇ ਰੱਬ ਨੂੰ ਪਾਉਣ ਵਾਸਤੇ ਗੁਰੂ ਦੇ ਗਿਆਨ ਦੀ ਲੋੜ ਆ ਤੇ ਗੁਰੂ ਦਾ ਗਿਆਨ ਕਿੱਥੋਂ ਮਿਲਦਾ ਹੈ? ਗੁਰਬਚਨੀ ਅਵਗਤ ਸਮਾਈਏ, ਤਤ ਨਿਰੰਜਨ ਸਹਿਜ ਲਹੀ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੇ ਸਿੱਖ ਸੋ ਖੋਜ ਲਏ। ਜਿਹੜਾ ਸਿੱਖ ਗੁਰੂ ਦੀ ਸੇਵਾ ਚ ਲੱਗ ਜਾਂਦਾ, ਗੁਰੂ ਉਤੇ ਬਖਸ਼ਾਂ ਕਰ ਦਿੰਦਾ, ਗਿਆਨ ਦਾ ਭੰਡਾਰੀ ਬਣਾ ਦਿੰਦਾ ਉਸ ਨੂੰ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੇ ਸਿੱਖ, ਜਿਹੜਾ ਸੇਵਾ ਕਰੂਗਾ, ਜਿੱਦਾਂ ਸ਼੍ਰੀ ਲਹਿਣਾ ਜੀ ਨੇ ਕੀਤੀ, ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਨੇ ਕੀਤੀ, ਜਿੱਦਾਂ ਜੇਠਾ ਜੀ ਨੇ ਕੀਤੀ, ਜਿੱਦਾਂ ਬਾਬਾ ਬੁੱਢਾ ਜੀ ਹੋਣਾ ਸੇਵਾ ਕੀਤੀ ਹੈ। ਸੇਵਾ ਵਿੱਚੋਂ ਗਿਆਨ ਹੋਣਾ ਹੈ, ਕਿਤਾਬਾਂ ਵਿੱਚੋਂ ਗਿਆਨ ਨਹੀਂ ਹੋਣਾ। ਕਿਤਾਬਾਂ ਦੇ ਕੋਈ ਵਿਹਲੜ ਵੀ ਪੜ੍ਹ ਲੈਂਦੇ ਨੇ। ਕਿਤਾਬਾਂ ਪੜ੍ਹਿਆ ਕੀ ਹੋਣਾ ਹੈ? ਪੜ ਗੱਡੀ ਲੱਦੀਏ, ਪੜ ਭਰੀਏ ਸਾਥ, ਪੜ ਬੇੜੀ ਪਾਈਏ, ਪੜ ਗੱਡੀਏ ਖਾਤ। ਨਾਨਕ ਦੂਜੀ ਕਾਰ ਨਾ ਕਰਨੀ, ਜਿਹੜੇ ਤੁਸੀਂ ਦੂਜੀਆਂ ਕਾਰਾਂ ਪਏ ਕਰਦੇ ਹੋ, ਸਾਹ ਨੂੰ ਚੜਾਉਣਾ, ਉੱਤੇ ਰੋਕਣਾ, ਫਿਰ ਕੱਢਣਾ, ਖੇਚਰੀ ਭੂਚਰੀ ਤੁਲਸੀ ਮਾਲਾ, ਗੁਰ ਇਦਾਂ ਦੇ ਕਰਮ ਪਏ ਕਰਦੇ ਹੋ। ਸਾਹਿਬ ਕਹਿੰਦੇ ਸਿੱਖ ਨੂੰ ਇਹ ਕਰਮ ਕਰਨ ਦੀ ਲੋੜ ਨਹੀਂ ਹੈ। ਸਿੱਖ ਨੂੰ ਕਿਸੇ ਜੋਗੀ ਵਾਲੇ ਬਾਬੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ। ਗੁਰੂ ਦੀ ਸੇਵਾ ਹੀ ਸਿੱਖ ਦਾ ਜੋਗਾ ਹੈ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੇ ਸਿੱਖ ਸੋ ਤਪਾ ਜੇ ਤਪ ਕਾਲੇ। ਸਤਿਗੁਰੂ ਨੂੰ ਮਿਲੇ ਸ਼ਬਦ ਸਮਾਲੇ, ਸਤਿਗੁਰੂ ਕੀ ਸੇਵਾ ਇਹ ਤਪ ਪ੍ਰਵਾਨ। ਨਾਨਕ ਸੋ ਤਪਾ ਦਰਗੇ ਪਾਵੇ ਮਾਨ। ਅਸੀਂ ਤਪ ਵਿੱਚ ਨਹੀਂ ਵਿਸ਼ਵਾਸ ਰੱਖਦੇ, ਅਸੀਂ ਗੁਰੂ ਦੀ ਸੇਵਾ ਵਿੱਚ ਵਿਸ਼ਵਾਸ ਰੱਖਦੇ ਹਾਂ। ਤਪ ਨਾਲ ਤੇ ਤੁਹਾਨੂੰ ਕੁਛ ਨਹੀਂ ਮਿਲਿਆ, ਤੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹ ਗੁਰੂ ਨੇ ਉੱਠ ਕੇ ਉਹਨਾਂ ਨੂੰ ਮੱਥਾ ਟੇਕ ਦਿੱਤਾ ਹੈ। ਜਿਹੜੇ ਲਹਿਣੇ ਵਰਗੇ ਗੁਰੂ ਦੀ ਸੇਵਾ ਨੂੰ ਸਮਰਪਿਤ ਹੋ ਗਏ, ਕੁਝ ਸਮਾਂ ਆਇਆ, ਕੁਝ ਟਾਈਮ ਆਇਆ, ਗੁਰੂ ਨਾਨਕ ਸਾਹਿਬ ਨੇ ਉਸ ਸ਼੍ਰੀ ਲਹਿਣਾ ਜੀ ਨੂੰ ਮੱਥਾ ਟੇਕ ਦਿੱਤਾ ਹੈ। ਨਾਨਕ ਦੂਜੀ ਕਾਰ ਨਾ ਕਰਨੀ। ਉਹ ਕਹਿੰਦੇ ਗਿਆਨ ਕਿੱਥੋਂ ਮਿਲਦਾ ਹੈ? ਸਾਹਿਬ ਕਹਿੰਦੇ ਗੁਰੂ ਕੋਲੋਂ। ਤੇ ਗੁਰੂ ਗਿਆਨ ਕਿਸ ਤਰ੍ਹਾਂ ਦਿੰਦਾ ਹੈ? ਕਹਿੰਦੇ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ। ਇਹ ਸੜਕਾਂ ਤੇ ਚੁੱਲ੍ਹੇ ਪੁੱਟਣੇ, ਸੜਕਾਂ ਉੱਤੇ ਲੰਗਰ ਲਾਉਣੇ, ਬਰਬਾਦੀ ਕਰਨੀ ਪੈਸੇ ਦੀ, ਇਹ ਗੁਰੂ ਦੀ ਸੇਵਾ ਨਹੀਂ ਗਏ। ਮਨਮੁਖ ਸੇਵਾ ਠਾਏ ਨਾ ਪਵੇ। ਇਹ ਮਨਮੁਖ ਲੋਕ ਪਏ ਕਰਦੇ ਨੇ, ਤੇ ਮਨਮੁਖਾਂ ਦੀ ਸੇਵਾ ਗੁਰੂ ਨੂੰ ਪ੍ਰਵਾਨ ਨਹੀਂ ਹੈ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸੁਧ ਹੈ, ਸੇਵ ਪਈ ਤਿਨ ਥਾਏ। ਸਿੱਖਾ ਤੇਰੀ ਸੇਵਾ ਗੁਰਦੁਆਰੇ ਦੇ ਅੰਦਰ ਹੋਣੀ ਚਾਹੀਦੀ ਸੀ। ਤੂੰ ਸੜਕਾਂ ਤੇ ਕਿਉਂ ਬਰਬਾਦ ਹੁੰਦੇ ਆ? ਨਾਨਕ ਦੂਜੀ ਕਾਰ ਨਾ ਕਰਨੀ, ਸੇਵੇ ਸਿੱਖ ਸੋ ਖੋਜ ਲਹੇ। ਜਿਹੜਾ ਗੁਰੂ ਦੀ ਸੇਵਾ ਚ ਸਮਰਪਿਤ ਹੁੰਦਾ ਹੈ, ਗੁਰੂ ਨੂੰ ਆਪਣਾ ਗਿਆਨ ਬਖਸ਼ ਦਿੰਦਾ ਹੈ। ਸਬਕ ਦੇ ਭੁਗਤ ਗਿਆਨ। ਅਸੀਂ ਚੂਰੀ ਖਾਂਦੇ ਆ, ਚੂਰਮਾ ਖਾਂਦੇ ਆ, ਕਹਿਣ ਲੱਗੇ ਕਿਹੜਾ ਗਿਆਨ। ਅਗਲਾ ਜਿਹੜਾ ਬਚਨ ਹੋਆ ਨਾ ਬੜਾ ਡੂੰਘਾ ਜੀ, ਇਹਨੂੰ ਹੁਣ ਥੋੜਾ ਜਿਹਾ ਵਿਚਾਰਿਓ ਜੀ।
ਦਇਆ ਭੰਡਾਰਨ, ਇਹ ਬੜਾ ਡੂੰਘਾ ਸ਼ਬਦ ਜੀ। ਇਹਦੇ ਅੱਜ ਤੱਕ ਜਿੰਨੇ ਵੀ ਗਿਆਨੀਆਂ ਨੇ ਅਰਥ ਕੀਤੇ ਨੇ ਸਾਰਿਆਂ ਨੇ ਗਲਤ ਕੀਤੇ ਨੇ। ਗਿਆਨੀ ਸੰਤ ਸਿੰਘ ਮਸਕੀਨ ਨੇ ਵੀ ਇਹਦਾ ਅਰਥ ਗਲਤ ਕੀਤਾ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਇਸ ਦਾ ਅਰਥ ਗਲਤ ਕੀਤਾ ਹੈ। ਫਰੀਦਕੋਟੀਏ ਵਾਲਿਆਂ ਨੇ ਵੀ ਇਹਦਾ ਅਰਥ ਗਲਤ ਕੀਤਾ ਹੈ। ਇਹਦਾ ਅਰਥ ਹੀ ਗਲਤ ਕੀਤਾ ਹੈ। ਇਹਦਾ ਅਰਥ ਕੀ ਆ? ਜਿਹੜਾ ਅਰਥ ਲੋਕਾਂ ਨੇ ਕੀਤਾ ਹੈ, ਦਇਆ ਭੰਡਾਰਨ, ਭੰਡਾਰਨ ਮੈਨੇ ਵੰਡਣ ਵਾਲੀ ਨਹੀਂ, ਵੰਡਣ ਵਾਲੀ ਨਹੀਂ। ਇਹਦਾ ਅਰਥ ਹੈ, ਇੱਕ ਹੁੰਦਾ ਹੈ ਭੰਡਾਰ, ਜਿਹੜਾ ਉਹ ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਨ ਇੱਕ ਹੋਰ ਹੁੰਦਾ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਇੱਕ ਹੁੰਦਾ ਹੈ ਭੰਡਾਰ, ਕਣਕ ਝੋਨਾ, ਇਹਨੂੰ ਅਸੀਂ ਭੰਡਾਰ ਚ ਲੈਂਦੇ ਹਾਂ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਇਹ ਭੰਡਾਰ, ਕੋਈ ਚੀਜ਼ ਨੂੰ ਭੰਡਾਰ ਬੋਲਿਆ ਜਾਂਦਾ ਹੈ। ਤੇ ਜਿੱਥੇ ਰੱਖਿਆ ਜਾਵੇ ਉਸ ਭੰਡਾਰ ਨੂੰ, ਉਹਨੂੰ ਕਿਹਾ ਜਾਂਦਾ ਹੈ ਗੋਦਾਮ। ਤੇ ਜਿਹੜਾ ਉਸ ਗੋਦਾਮ ਦੇ ਵਿੱਚੋਂ ਗਾਂ ਚੀਜ਼ਾਂ ਵੰਡੇ ਨਾ, ਉਹਨੂੰ ਬੋਲਿਆ ਜਾਂਦਾ ਭੰਡਾਰੀ। ਇੱਕ ਭੰਡਾਰ ਹੋ ਗਿਆ, ਜਿੱਦਾਂ ਕਣਕ ਪਈ ਹੋਈ ਆ, ਕਹਿੰਦੇ ਵੀ ਕਿੱਡਾ ਭੰਡਾਰ ਪਿਆ, ਝੋਨਾ ਪਿਆ ਹੋਵੇ। ਤੇ ਜਿੱਥੇ ਪਿਆ ਉਹਨੂੰ ਅਸੀਂ ਸਟੋਰ ਕਹਿੰਦੇ ਆ, ਗੋਦਾਮ ਕਹਿੰਦੇ ਆ, ਤੇ ਬਾਣੀ ਵਿੱਚ ਉਹਨੂੰ ਕਹਿੰਦੇ ਨੇ ਭੰਡਾਰਨ। ਉਹ ਜਗ੍ਹਾ ਜਿੱਥੇ ਭੰਡਾਰ ਪਿਆ ਵਾ, ਤੇ ਜਿਹੜਾ ਉਹਨੂੰ ਵੰਡ ਰਿਹਾ ਵਾ ਉਹ ਭੰਡਾਰੀ ਆ। ਮਰ ਕਹਿੰਦੇ ਗੁਰੂ ਦਾ ਗਿਆਨ ਕਿੱਥੇ ਟਿਕਦਾ ਹੈ? ਗਿਆਨ ਵਾਸਤੇ ਕੋਈ ਚੀਜ਼ ਤਾਂ ਚਾਹੀਦੀ ਆ। ਬਾਜ਼ਾਰੋਂ ਕੁਝ ਚੀਜ਼ ਲੈਣ ਜਾਂਦੇ ਹੋ, ਤੇ ਕੁਝ ਪੁਰਾਣੇ ਸਮੇਂ 'ਚ ਘਰੋਂ ਕੋਈ ਝੋਲਾ ਖੜਨਾ ਪੈਂਦਾ ਸੀ, ਇਹ 'ਚ ਪਾ ਕੇ ਲਿਆਵਾਂਗੇ, ਹੁਣ ਉਹ ਲਿਫਾਫੇ 'ਚ ਪਾ ਦਿੰਦੇ ਨੇ। ਤੇਲ ਲੈਣ ਜਾਣਾ ਹੋਵੇ ਤੇ ਆਪਾਂ ਕੈਨ ਕੋਲ ਲੈ ਕੇ ਜਾਂਦੇ ਸੀ, ਵੀ ਪੈਟਰੋਲ ਪੰਪ ਤੋਂ ਤੇਲ ਲੈਣ ਜਾਣਾ ਹੈ। ਸਾਹਿਬ ਕਹਿੰਦੇ ਜਿਹੜਾ ਗਿਆਨ ਵਾ ਉਹ ਕਿੱਥੇ ਪੈਂਦਾ ਵਾ? ਭੁਗਤ ਗਿਆਨ ਵਾ, ਤੇ ਦਇਆ ਭੰਡਾਰਨ, ਜਿਹਦੇ ਕੋ ਦਇਆ ਵਾ ਉੱਥੇ ਇਹ ਗਿਆਨ ਨੇ ਟਿਕਣਾ ਵਾ। ਨਾ, ਇੱਕ ਸੰਸਾਰੀ, ਇੱਕ ਭੰਡਾਰੀ। ਭੰਡਾਰੀ ਮੈਨੇ ਵੰਡਣ ਵਾਲਾ। ਤੇ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਉਹ ਜਗ੍ਹਾ ਵਸਤੂ। ਸਭ ਗੁਣ ਨਾਹੀਂ ਕੋਏ ਹਰਪੂਰ ਭੰਡਾਰੀਆ। ਭੰਡਾਰੀਆ ਮੈਨੇ ਵੰਡਣ ਵਾਲਾ। ਰੱਬ ਇੱਕ ਭੰਡਾਰੀਆ ਵਾ, ਉਹ ਵੰਡਦਾ ਹੈ। ਉਹਦੇ ਦਿਨ ਦੇ ਤੋਟ ਨਾ ਆਵਈ, ਤੇਰੇ ਜੁਗੇ ਜੁਗੇ ਭੰਡਾਰ। ਤੂੰ ਏਡਾ ਵੱਡਾ ਭੰਡਾਰ ਤਿਆਰ ਕੀਤਾ, ਤੇ ਹੁਣ ਵੰਡਣ ਦਿਆਂ ਤੇ ਮੁੱਕਣ ਨਹੀਂ ਦਿਆ। ਸਭ ਗੁਣ ਨਾਹੀਂ ਕੋਏ ਹਰਪੂਰ ਭੰਡਾਰੀਆ। ਕੱਲਾ ਪਦਾਰਥ ਨਹੀਂ, ਇਹ ਸਮਝ, ਇਹ ਸੂਝ, ਇਹ ਅਕਲ, ਇਹ ਸ਼ਕਲ, ਇਹ ਰੂਪ, ਇਹ ਰੰਗ, ਜੋ ਕੁਛ ਵੀ ਆ, ਇਹ ਰੱਬ ਦੇ ਭੰਡਾਰੇ ਚੋਂ ਆ ਰਿਹਾ ਵਾ। ਅੱਜ ਕੱਲ ਦੇ ਬੱਚੇ ਇੰਨੇ ਤੇਜ਼ ਦਿਮਾਗ ਨੇ, ਕਿੱਥੋਂ ਆ ਰਹੇ ਨੇ? ਉਸ ਤੋਂ ਆ ਰਹੇ ਨੇ। ਇਹ ਤੇਜ਼ ਦਿਮਾਗ ਉਹਦੀ ਦੇਣ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਮਾਰ ਕਹਿੰਦੇ ਧਰਤੀ ਦੇਗ ਮਿਲੀ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਇੱਕ ਤੇ ਰੱਬ ਵੰਡਣ ਦੇ ਆਈਓ। ਸਭ ਗੁਣ ਨਾਹੀਂ ਕੋਏ ਹਰਪੂਰ ਭੰਡਾਰੀਆ। ਬਿਜੜੇ ਨੂੰ ਗਿਆਨ ਕਿੱਥੋਂ ਮਿਲਿਆ ਹੈ? ਕੀੜੀ ਨੂੰ ਕਿੰਨੇ ਸਮਝ ਦਿੱਤੀ? ਕਈ ਦੂਰ ਤੋਂ ਸੁੰਘ ਲੈਂਦੀ ਪਈ, ਉੱਥੇ ਮਿੱਠਾ ਪਿਆ ਹੋਇਆ ਹੈ। ਕੁੱਤੇ ਨੂੰ ਕਿੰਨੇ ਸਮਝ ਦਿੱਤੀ ਹੋਈ ਆ ਕਿ ਉਹ ਕਾਤਲ ਨੂੰ ਸਮਝ ਲੈਂਦਾ ਹੈ। ਸਭ ਗੁਣ ਨਾਹੀਂ ਕੋਏ। ਕਿਸੇ ਵਿਅਕਤੀ ਦੇ ਕੋਲ ਸਾਰੇ ਗੁਣ ਨਹੀਂ ਹੈ। ਕਿਸੇ ਕੋ 2 ਗੁਣ ਹੈ, ਕਿਸੇ ਦੇ ਕੋ 4 ਨੇ, 5, 10, 20 ਹੋ ਸਕਦੇ ਨੇ, ਪਰ ਰੱਬ ਕੋ ਤੇ ਸਾਰੇ ਗੁਣ ਨੇ।
ਸਾਰੀ ਕਲਾ ਉਸ ਤੋਂ ਹੀ ਆ ਰਹੀ ਹੈ। ਵਿਜੜੇ ਕੋ ਜਿਹੜੀ ਕਲਾ ਹੈ ਨਾ, ਉਹ ਬੰਦੇ ਕੋ ਵੀ ਨਹੀਂ ਹੈਗੀ। ਵਿਜੜੇ ਵਾਲੀ ਕਲਾ ਵਿਜੜੇ ਕੋ ਕਿੱਥੋਂ ਆਈ ਹੈ? ਹਰਪੂਰ ਭੰਡਾਰੀ ਆ, ਉਹ ਭੰਡਾਰ ਵਾ। ਹੁਣ ਇੱਕ ਗੱਲ ਕਹਾਂ ਕਿ ਮੈਂ ਬਹੁਤੀ ਗੱਲ ਲੰਮੀ ਹੋ ਜਾਂਦੀ ਕਥਾ, ਫੇਰ ਅੱਜ ਪੌੜੀ ਦੀ ਪੂਰੀ ਨਹੀਂ ਹੋਣੀ, ਟਾਈਮ ਹੋ ਗਿਆ। ਮਰ ਕਹਿੰਦੇ ਧਰਤੀ ਦੇਗ ਮਿਲੀ ਇੱਕ ਵੇਰਾ। ਰੱਬ ਨੇ ਇੱਕ ਧਰਤੀ ਦੇਗ ਤਿਆਰ ਕਰ ਦਿੱਤੀ ਹੈ। ਇਹ 'ਚ ਕੋਲਾ ਵੀ ਪਾਤਾ, ਤੇਲ ਵੀ ਪਾਤਾ, ਪਾਣੀ ਵੀ ਪਾਤਾ, ਸੋਨਾ ਵੀ ਪਾਤਾ ਧਰਤੀ 'ਚ, ਚਾਂਦੀ ਵੀ ਪਾਤੀ, ਪੱਥਰ ਵੀ ਆ, ਰੇਤਾ ਵੀ ਆ, ਮਿੱਟੀ ਵੀ, ਸਭ ਕੁਝ ਉਹਨੇ ਦੇਗ 'ਚ ਪਾਇਆ ਹੋਇਆ। ਧਰਤੀ ਦੇਗ ਮਿਲੀ ਇੱਕ ਵੇਰਾ, ਜੋ ਕਿਛ ਪਾਇਆ ਸੋ ਏਕਾ ਵਾਰ। ਇਹ ਨਹੀਂ ਵੀ ਉਦੋਂ ਕੋਲਾ ਥੋੜਾ ਘੱਟ ਪਿਆ ਤੇ ਕੋਲਾ ਰੱਬ ਹੁਣ ਕੋਲਾ ਬਣਾਉਣ ਲੱਗ ਪਿਆ, ਉਹਨੂੰ ਫਿਕਰ ਲੱਗ ਗਿਆ ਵੀ ਮੇਰਾ ਕੋਲਾ ਮੁੱਕ ਚੱਲਿਆ। ਘਰ ਵਿੱਚੋਂ ਆਟਾ ਦਾਲ ਮੁੱਕ ਜੇ ਤੇ ਫਿਕਰ ਪੈ ਜਾਂਦਾ, ਲੂਣ ਹੀ ਮੁੱਕ ਜੇ ਤੇ ਫਿਕਰ ਪੈ ਜਾਂਦਾ ਵੀ ਲੂਣ ਹੈ ਨਹੀਂ ਜੇ। ਤੇ ਇੰਨੀਆਂ ਚੀਜ਼ਾਂ ਦੁਨੀਆ ਵਰਤਨ ਦੀ, ਕਿਤੇ ਰੱਬ ਨੂੰ ਫਿਕਰ ਤਾਂ ਨਹੀਂ ਪੈ ਗਿਆ ਕਿ ਮੇਰੀਆਂ ਚੀਜ਼ਾਂ ਮੁੱਕ ਜਾਣਗੀਆਂ, ਮੇਰਾ ਕੋਲਾ ਮੁਕਾ ਦੇਣਗੇ। ਆ ਜਿਹੜੇ ਹੁਣ ਗੋਲੇ ਗਾਲੇ ਜੇ ਚੱਲਣ ਦੇ ਬੰਦਿਆਂ ਬਣਾਏ ਤੇ ਨਾ, ਗੋਲੇ ਗਾਲੇ ਜੇ ਹੁਣ ਚਲਾ ਕੇ ਮੁਕਾਉਣੇ ਆਂਗੇ। ਇਹ ਗੋਲੇ ਮਾਰਨ ਵਾਸਤੇ ਬਣਾਏ ਆ ਤੇ ਮਾਰ ਵੱਜਣ ਦੇ ਹੁਣ। ਕੀ ਰੱਬ ਨੂੰ ਵੀ ਫਿਕਰ ਪੈ ਜਾਂਦਾ ਕਿ ਮੇਰਾ ਭੰਡਾਰ ਮੁੱਕ? ਸਾਹਿਬ ਕਹਿੰਦੇ ਆਸਣ ਲੋਹੇ ਲੋਹੇ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਉਹਨੇ ਇੰਨਾ ਪੈਦਾ ਕਰ ਦਿੱਤਾ ਕਿ ਮੁੱਕਣਾ ਹੀ ਨਹੀਂ ਹੈ। ਆ ਕਿੰਨੇ ਕਰੈਸ਼ਰ ਲੱਗੇ ਨੇ, ਬਜਰੀ ਮੁੱਕ ਚੱਲੀ ਆ ਨਾ, ਰੇਤਾ ਮੁੱਕ ਚੱਲੀ ਨਾ, ਪਾਣੀ ਮੁੱਕ ਚੱਲਿਆ, ਇੱਕ ਬੂੰਦ ਨਹੀਂ ਮੁੱਕੀ। ਨਦੀਆਂ ਨਾਲੇ ਦਰਿਆ ਉਸੇ ਤਰ੍ਹਾਂ ਹੀ, ਸਮੁੰਦਰ ਉਸੇ ਤਰ੍ਹਾਂ ਹੀ ਭਰਿਆ ਪਿਆ, ਬੂੰਦ ਨਹੀਂ ਘਟਿਆ ਪਾਣੀ। ਬਰਫ਼ ਖੁਰ ਜਾਂਦੀ ਆ, ਬਰਫ਼ ਫੇਰ ਪੈ ਜਾਂਦੀ ਆ। ਅੱਗੇ ਵਿਗਿਆਨੀ ਕਹਿੰਦੇ ਹੈ ਬੜੇ ਚਿੰਤਕ ਇਕੱਠੇ ਹੋ ਗਏ, ਹੈਰ ਕੀ ਬਰਫ਼ ਖੁਰ ਗਈ, ਗਲੇਸ਼ੀਅਰ ਖੁਰ ਗਿਆ। ਉਹ ਗਿਆਨੀ ਕਹਿੰਦਾ ਬਰਫ਼ ਤੁਹਾਡੇ ਬੁੱਢੇ ਨੇ ਬਣਾਈ, ਬੁੱਢਾ ਬਾਪੂ ਮਰ ਗਿਆ ਤੇ ਹੁਣ ਗਾਂ ਬਰਫ਼ ਨਹੀਂ ਬਣਨੀ। ਇਹ ਤੇ ਰੱਬੀ ਵਿਧਾਨ ਆ, ਜਿੰਨੀ ਖੁਰਨੀ ਉਦੋਂ ਦੂਣੀ ਬਣ ਜਾਣੀ। ਇਹ ਤੇ ਰੱਬੀ ਵਿਧਾਨ ਆ। ਜਿੰਨਾ ਪਾਣੀ ਵਰਤ ਲਓ ਤੇ ਦੂਣਾ ਪਾਣੀ ਪਿੱਛੋਂ ਆ ਕੇ ਤੁਹਾਨੂੰ ਡੋਬ ਕੇ ਮਾਰ ਕੇ ਤੁਹਾਨੂੰ ਰੋੜ ਕੇ ਗਾਂਹ ਲੈ ਜਾਣਾ ਪਾਣੀ ਨੇ। ਤੇ ਰੋੜਦਾ ਹੀ ਪਾਣੀ, ਤੇ ਹਰ ਸਾਲ ਹਜ਼ਾਰਾਂ ਲੋਕੀ ਰੁੜ ਕੇ ਮਰਦੇ ਨੇ ਪਾਣੀ ਵਿੱਚ। ਤਾਂ ਰੌਲੀ ਪਾਈ ਜਾਂਦੇ ਹੈ ਉਧਰ ਨਕੋਦਰ ਵੱਲ, ਕਰਪੂਥਲੇ ਪਾਣੀ ਘਟ ਗਿਆ। ਪਿਛਲੇ ਸਾਲ 10-10 ਫੁੱਟ ਧਰਤੀ ਦੇ, ਉਹ ਜਦੋਂ ਬੰਨ ਟੁੱਟ ਗਿਆ 10-10 ਫੁੱਟ ਉੱਤੋਂ ਦੀ ਵਗ ਗਿਆ ਲੋਕਾਂ ਦੇ ਘਰਾਂ ਦੀ। ਰੱਬ ਦੀ ਜਿਹੜੀ ਰੱਬ ਦੀ ਚੀਜ਼ ਆ, ਮੈਂ ਕੀ ਕਹਿਣਾ ਵੀ ਜੇ ਘਰ ਵਿੱਚ ਲੂਣ ਮੁੱਕ ਜੇ ਤੇ ਬੰਦੇ ਨੂੰ ਫਿਕਰ ਪੈ ਜਾਂਦਾ। ਤੇ ਇੰਨਾ ਕੋਲਾ, ਇੰਨਾ ਪੱਥਰ, ਇੰਨਾ ਤੇਲ ਵਰਤਿਆ ਜਾ ਰਿਹਾ, ਰੱਬ ਨੂੰ ਫਿਕਰ ਪੈ ਸਕਿਆ? ਕਹਿੰਦੇ ਨਾ, ਆਸਣ ਲੋਹੇ ਲੋਹੇ ਭੰਡਾਰ, ਦਿਨ ਦੇ ਟੋਟ ਨਾ ਆਵੀ ਤੇਰੇ ਜੁਗੇ ਜੁਗੇ ਭੰਡਾਰ। ਧਰਤੀ ਦੇਗ ਮਿਲੀ ਇੱਕ ਵੇਰਾ। ਰੱਬ ਨੇ ਬਹੁਤ ਵੱਡੀ ਦੇਗ ਤਿਆਰ ਕਰ ਦਿੱਤੀ ਆ। ਇੱਕ ਹੁੰਦਾ ਇਹ ਕੁੱਜਾ, ਪਤੀਲਾ, ਤੇ ਦੇਗ ਸਭ ਤੋਂ ਵੱਡੀ ਹੁੰਦੀ ਪੁਰਾਣੇ ਸਮੇਂ 'ਚ। ਸਾਹਿਬ ਕਹਿੰਦੇ ਦੇਗ ਵਾ ਧਰਤੀ, ਇਹ ਮੁੱਕਣੀ ਨਹੀਂ ਆ। ਤੇ ਜਿਹੜੀ ਅਗਲੀ ਗੱਲ ਆ ਨਾ, ਉਹ ਬੜੀ ਕਮਾਲ ਦੀ ਲਿਖੀ ਸਾਹਿਬ ਨੇ। ਧਰਤੀ ਦੇਗ, ਚਲੋ ਇਹ ਤਾਂ ਹੋ ਗਈ। ਮਿਲੀ ਇੱਕ ਵੇਰਾ, ਜੋ ਕਿਛ ਬਾਸ ਹੋ ਏਕਾ ਵਾਰ। ਭਾਗ ਤੇਰਾ ਭੰਡਾਰੀ। ਬੰਦਿਆ ਇਸ ਦੇਗ ਵਿੱਚੋਂ ਹੁਣ ਵੰਡ ਕੌਣ ਰਿਹਾ ਵਾ? ਜੇ ਤੇ ਬੰਦਾ ਵੰਡੂਗਾ ਤੇ ਬੰਦਾ ਤੇ ਦੂਜੇ ਧਰਮ ਨਾਲ ਨਫ਼ਰਤ ਕਰੂਗਾ। ਜਿਹੜੀ ਦੇਗ ਰੱਬ ਨੇ ਬਣਾਈ ਆ ਨਾ, ਤੇ ਇੱਥੇ ਵੰਡਣ ਵਾਲਾ ਕਿਹਨੂੰ ਬਿਠਾਇਆ ਵਾ? ਰੱਬ ਵੰਡਦਾ ਵਾ ਨਾ, ਰੱਬ ਨੇ ਬਣਾਤੀ, ਉਹਨੇ ਵੰਡਣਾ ਨਹੀਂ ਗਾ। ਹੁਣ ਆਂਦੇ ਨਾ, ਉਹ ਰਾਜਾ ਦੇਗ ਬਣਾ ਕੇ ਚਲ ਗਿਆ ਤੇ ਆਪੇ ਵੰਡ ਕੇ ਖਾ ਲਓ। ਇੱਥੇ ਜੋ ਸਾਡੇ ਹਲਵਾਈ ਆਉਂਦਾ, ਜਲੇਬ ਕੱਢ ਕੇ ਤੁਰ ਜਾਂਦੇ 2-2.5, ਕਹਿੰਦੇ ਆਪੇ ਖਾਓ, ਹੁਣ ਅਸੀਂ ਬਣਾਤੇ, ਵੰਡ ਲਓ ਆਪੇ, ਜਿਹਨੂੰ ਦੇਣੇ ਦੇ ਲਓ। ਰੱਬ ਵੰਡਦਾ ਨਹੀਂ ਗਾ, ਰੱਬ ਨੇ ਦੇਗ ਬਣਾਈ ਆ ਤੇ ਕੋਈ ਬੰਦਾ ਵੰਡਣ ਵਾਸਤੇ ਬਿਠਾਇਆ ਉੱਥੇ। ਤੇ ਜੇ ਰੱਬ ਬੰਦਾ ਬਿਠਾ ਦੂ, ਮੈਨੂੰ ਬਿਠਾ ਦੂ, ਤੇ ਮੈਂ ਤਾਂ ਦੂਜੇ ਧਰਮ ਵਾਲਿਆਂ ਨੂੰ ਡੰਡਾ ਫੇਰੂੰਗਾ ਵੀ ਇੱਥੇ ਤੁਸੀਂ ਕਿਉਂ ਆ ਕੇ, ਤੁਸੀਂ ਪੱਗ ਨਹੀਂ ਬੱਧੀ, ਦਾੜੀ ਨਹੀਂ ਰੱਖੀ। ਮੈਂ ਤਾਂ ਡੰਡਾ ਲਾ ਕੇ ਰੱਖੂ ਕਿ ਜਿਹੜਾ ਦਾੜੀ ਰੱਖੂ, ਪੱਗ ਬੰਨੂ, ਮੈਂ ਉਹਨੂੰ ਦਊ।
ਜੇ ਮੇਰੇ ਵਰਗਾ ਕੋਈ ਬਿਠਾ ਦੂ ਕੋਈ ਤੇ ਲਾ ਕੇ ਮੈਂ ਡੰਡਾ ਰੱਖ ਲੈਣਾ। ਮੈਂ ਤਾਂ ਅੰਮ੍ਰਿਤਧਾਰੀ ਨੂੰ ਦੇਣਾ, ਦੂਜੇ ਨੂੰ ਮੈਂ ਦੇਖ ਜੋ ਕੁਝ ਦੇਣਾ ਹੀ ਨਹੀਂ। ਰੱਬ ਆਪ ਨਹੀਂ ਵੰਡਦਾ। ਜੇ ਕੋਈ ਬੰਦਾ ਬਿਠਾ ਦੂਗਾ ਤੇ ਬੰਦੇ ਨੇ ਵਿਤਕਰੇ ਕਰਨੇ ਨੇ, ਤੇ ਫਿਰ ਉੱਥੇ ਵੰਡਣ ਵਾਲਾ ਕੌਣ ਬੈਠਾ ਹੋਇਆ ਵਾ ਦੇਗ 'ਚ? ਤੇ ਇਹ ਬੜੀ ਕਮਾਲ ਦੀ ਗੱਲ ਹੈ। ਭਾਗ ਤੇਰਾ ਭੰਡਾਰੀ, ਬੰਦਿਆ ਤੈਨੂੰ ਵੰਡ ਕੇ ਕੌਣ ਦੇਣ ਦਿਆ ਵਾ? ਤੇਰੇ ਭਾਗ, ਤੇਰੀ ਕਿਸਮਤ ਤੈਨੂੰ ਮਿਲ ਰਹੀ ਆ। ਬੰਦਾ ਨਹੀਂ ਤੈਨੂੰ ਦੇ ਰਿਹਾ, ਰੱਬ ਨਹੀਂ ਤੈਨੂੰ ਦੇ ਰਿਹਾ ਦੇਗ ਦੇ ਵਿੱਚ, ਉਹਨੇ ਤੇ ਬਣਾ ਦਿੱਤਾ ਹੈ। ਉਹ ਨਾਈ ਨੇ ਦੇਗ, ਰਾਜੇ ਨੇ ਦੇਗ ਬਣਾ ਦਿੱਤੀ ਆ। ਨਾਈ ਰਾਜੇ ਵੰਡਦੇ ਨਹੀਂ ਹੁੰਦੇ, ਦੇਗ ਬਣਾ ਕੇ ਰੱਖਦੀ ਆ, ਵੰਡੋ ਆਪੇ ਖਾਓ। ਹੁਣ ਰੱਬ ਨੇ ਦੇਗ ਤਿਆਰ ਕਰਦੀ ਆ, ਰੱਬ ਵੰਡਦਾ ਨਹੀਂ ਗਾ, ਨਾ ਕੋਈ ਬੰਦਾ ਵੰਡਦਾ ਵਾ। ਇਹ ਭਾਗ ਤੇਰਾ ਭੰਡਾਰੀ, ਇੱਕ ਸੰਸਾਰੀ ਇੱਕ ਭੰਡਾਰੀ। ਬੰਦਿਆ ਤੇਰੇ ਭਾਗਾਂ ਨੇ ਉਸ ਦੇਗ ਵਿੱਚੋਂ ਕੱਢ ਕੇ ਕੁਝ ਲਿਆਉਣਾ ਹੈ। ਜੋ ਤੇਰੇ ਭਾਗ ਨੇ, ਉਹ ਭਾਗਾਂ ਨੇ ਉਸ ਦੇਗ ਵਿੱਚੋਂ ਲੈ ਕੇ ਤੇਰੇ ਘਰ ਤੱਕ ਪਹੁੰਚਾ ਦੇਣਾ ਹੈ। ਬੰਦੇ ਨਹੀਂ ਪਹੁੰਚਾ ਸਕਦੇ, ਬੰਦੇ ਤੋਂ ਨਫ਼ਰਤ ਕਰਨਗੇ। ਰੱਬ ਨਹੀਂ ਵੰਡਦਾ। ਆਪੇ ਬੀਜ ਆਪੇ ਹੀ ਖਾਓ। ਇਹ ਵੀ ਇੱਕ ਆਪਾਂ ਜਪਜੀ ਸਾਹਿਬ ਹੋਣਾ ਕਿ ਨਾਨਕ ਹੁਕਮੀ ਆਓ ਜਾਓ, ਆਪੇ ਬੀਜ ਆਪੇ ਹੀ ਖਾਓ। ਹੁਣ ਲਓ, ਸਾਰੀ ਪੌੜੀ ਦੀ ਵਿਆਖਿਆ ਕਰਨੀ ਤੇ ਵਿਆਖਿਆ ਤੇ ਸਾਰੀ ਦੋ ਗੱਲਾਂ ਦੀ, ਤਿੰਨਾਂ ਦੀ ਹੋਈ ਸਾਰੀ। ਸਹਿ ਕਹਿੰਦੇ ਭੁਗਤ ਗਿਆਨ, ਮੇਰੇ ਕੋ ਗਿਆਨ ਹੈ, ਚੂਰਮਾ ਹੈ। ਤੇ ਚੂਰਮਾ ਮੈਂ ਕਿੱਥੇ ਰੱਖਿਆ ਹੋਇਆ ਵਾ? ਜੋਗੀ ਲੋਕ ਪੱਤਰ 'ਚ ਪਾ ਕੇ ਰੱਖਦੇ ਨੇ, ਪੱਤਿਆਂ 'ਤੇ ਪਾ ਕੇ ਰੱਖਦੇ ਨੇ, ਲੋਟੇ 'ਚ ਪਾ ਕੇ ਰੱਖਦੇ ਨੇ। ਸਾਹਿਬ ਕਹਿੰਦੇ ਦਇਆ ਭੰਡਾਰਨ, ਇਹ ਜਿਹੜੀ ਦਇਆ ਵਾ ਨਾ, ਇਹ ਮੇਰੇ ਕੋ ਭਾਂਡਾ ਵਾ, ਭੰਡਾਰਨ ਵਾ ਜਗ੍ਹਾ। ਫਿਰ ਮੈਂ ਕਹਿ ਦਿਆਂ, ਇੱਕ ਹੁੰਦਾ ਭੰਡਾਰ, ਵਸਤੂ ਨੂੰ ਭੰਡਾਰ ਬੋਲਿਆ ਜਾਂਦਾ ਹੈ। ਤੇ ਜਿੱਥੇ ਵਸਤੂ ਰੱਖੀ ਜਾਵੇ ਉਹਨੂੰ ਮੋਦੀਖਾਨਾ, ਸਟੋਰ, ਗਦਾਮ ਜਾਂ ਭੰਡਾਰਨ। ਇਹ ਭੰਡਾਰਨ ਸ਼ਬਦ ਇੱਕ ਵਾਰੀ ਆਉਂਦਾ ਹੈ, ਜਗ੍ਹਾ ਜਿੱਥੇ ਰੱਖਣਾ ਹੈ, ਜਿੱਚੋਂ ਪਾਉਣਾ ਹੈ। ਦਇਆ ਭੰਡਾਰਨ। ਤੇ ਇੱਕ ਸੰਸਾਰੀ ਇੱਕ ਭੰਡਾਰੀ। ਵੰਡਣ ਵਾਲਾ ਕੌਣ ਵਾ? ਸਭ ਕਹਿੰਦੇ ਵੰਡਣ ਵਾਲਾ ਤੇਰੇ ਭਾਗ ਨੇ। ਦੁਨੀਆ ਉੱਤੇ ਸਾਰਿਆਂ ਨੂੰ ਦੌਲਤ ਕਿਉਂ ਨਹੀਂ ਮਿਲੀ? ਜੇ ਰੱਬ ਨੇ ਬਣਾਈ ਹੈ ਤੇ ਸਾਰਿਆਂ ਨੂੰ ਇੱਕ ਜੈਸੀ ਰੱਬ ਨੇ ਕਿਉਂ ਨਹੀਂ ਵੰਡ ਕੇ ਦਿੱਤੀ? ਰੱਬ ਨੇ ਕਿਉਂ ਵਿਤਕਰੇ ਕੀਤੇ ਨੇ? ਰੱਬ ਕਿਉਂ ਨਫ਼ਰਤ ਕਰਦਾ ਲੋਕਾਂ ਨਾਲ? ਇੱਕ ਨੂੰ ਐ ਸੁੰਦਰ ਬਣਾਤਾ ਤੇ ਇੱਕ ਨੂੰ ਐ ਕਰੂਪ ਬਣਾਤਾ, ਵੇਖਣ ਨੂੰ ਜੀ ਨਹੀਂ ਕਰਦਾ। ਇਹ ਕਿਉਂ ਆ? ਰੱਬ ਕਿਉਂ ਨਫ਼ਰਤ ਕਰਦਾ ਹੈ? ਨਹੀਂ, ਰੱਬ ਨਫ਼ਰਤ ਨਹੀਂ ਕਰਦਾ, ਰੱਬ ਨੇ ਦੇਗ ਬਣਾਈ ਆ। ਤੇ ਜਿੱਦਾਂ ਦਾ ਤੂੰ ਬੀਜੇਗਾ, ਜਿੱਦਾਂ ਦੇ ਤੂੰ ਭਾਗ ਬਣਾਏਗਾ, ਤੇ ਦੇਗ ਵਿੱਚੋਂ ਤੈਨੂੰ ਉਹ ਭਾਗਾਂ ਨੇ ਹਿੱਸਾ ਲੈ ਕੇ ਆਉਣਾ ਤੇਰੇ ਵਾਸਤੇ। ਰੱਬ ਖੈਰ ਕਰੇ, ਸਮਾਂ ਹੋ ਗਿਆ। ਫਿਰ ਆਪਾਂ ਕੱਲ ਨੂੰ, ਇਹ ਲੰਮੀ ਚਰਚਾ ਹੋਈ ਜਾਂਦੀ ਹੈ ਕਿ ਅੱਜ ਜੋਗੀਆਂ ਦਾ ਖਹਿੜਾ ਨਹੀਂ ਛੁੱਟਣ ਦਿਆ। ਬਾਬੇ ਵਿਹਲੇ ਹੁੰਦੇ, ਹੁਣ ਜੋਗੀਆਂ ਮਗਰ ਪੈ ਗਏ ਬਾਬੇ। ਸਭ ਕਹਿੰਦੇ ਸੰਤੋਖ ਦੀਆਂ ਮੁੰਦਰਾਂ ਨੇ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਆ। ਧਿਆਨ ਨੂੰ ਜੋੜਨਾ, ਧਿਆਨ ਕੀ ਕਰੇ ਬਪੂਤ ਸਵਾਹ ਮਲੀ ਹੋਈ। ਅਸੀਂ ਵੱਡੇ ਜੋਗੀ ਆ, ਅਸੀਂ ਭੋਗੀ ਨਹੀਂ ਆ। ਜੁਗਤਾ ਬਾਬਾ ਜੁਗਤਾ, ਜਿਉ ਜਿਉ ਜੁਗ, ਜੁਗੋ ਜੁਗੇ ਜੋਗੀ। ਅਸੀਂ ਜੁਗਾ ਜਗੰਤਰਾਂ ਤੋਂ ਜੋਗੀ ਚੱਲਦੇ ਆ ਰਹੇ ਹਾਂ। ਸੰਤੋਖ ਦੀਆਂ ਮੁੰਦਰਾਂ ਨੇ, ਸ਼ਰਮ ਮਿਹਨਤ ਕਰਨੀ ਸਾਡੇ ਕੋਲ ਝੋਲੀ ਆ। ਧਿਆਨ ਦੀ ਅਸੀਂ ਸਵਾਹ ਮਲੀ ਹੋਈ ਹੈ। ਧਿਆਨ ਕੀ ਕਰੇ ਬਪੂਤ ਖਿੰਥਾ, ਅਸੀਂ ਚੋਲਾ ਪਾਇਆ ਹੋਇਆ ਮੌਤ ਨੂੰ 24 ਘੰਟੇ। ਜਿੱਦਾਂ 24 ਘੰਟੇ ਬੰਦਾ ਕੱਪੜਾ ਪਾ ਕੇ ਰੱਖਦਾ, 24 ਘੰਟੇ ਮੌਤ ਯਾਦ ਰੱਖੀ ਹੋਈ ਹੈ। ਕੁਆਰੀ ਕਾਇਆ ਜੁਗਤ, ਸਰੀਰ ਨੂੰ ਕੋਈ ਐਬ ਨਹੀਂ ਲੱਗਣ ਦੇਣਾ, ਨਸ਼ਿਆਂ ਤੋਂ ਕੋਰਿਆਂ ਰੱਖਣਾ। ਇਹ ਸਾਡੇ ਕੋਲ ਜੋਗੀਆਂ ਵਾਲੀ ਜੁਗਤੀ ਆ। ਖੇਚਰੀ ਭੂਚਰੀ ਤੁਲਸੀ ਮਾਲਾ ਹੈ। ਤੇ ਗਿਆਨ ਡੰਡਾ ਪ੍ਰਤੀਤ, ਅਸੀਂ ਰੱਬ ਤੇ ਭਰੋਸਾ ਰੱਖਣਾ। ਇਹ ਡੰਡਾ ਵਾ। ਜੇ ਡੰਡਾ ਫੜ ਕੇ ਕੋਈ ਜੋਗੀ ਨਹੀਂ ਬਣ ਸਕਦਾ ਤੇ ਕਿਰਪਾਨ ਫੜ ਕੇ ਕੋਈ ਸਿੱਖ ਨਹੀਂ ਬਣ ਸਕਦਾ। ਡੰਡਾ ਪ੍ਰਤੀਤ ਆਈ ਪੰਥੀ, ਸਾਰਾ ਸੰਸਾਰ ਸਾਡਾ ਧਰਮ ਹੈ, ਪੰਥ ਹੈ। ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ।
ਸਭਨਾ ਪਿਆਰ ਕਰਦੇ। ਆਈ ਪੰਥੀ ਸਾਡਾ ਸਾਰਾ ਸੰਸਾਰ ਹੀ, ਆਈ ਪੰਥੀ ਸਗਲ ਜਮਾਤੀ, ਸਾਰਾ ਸੰਸਾਰ ਹੀ ਸਾਡਾ ਧਰਮ ਹੈ, ਪੰਥ ਹੈ, ਧੜਾ ਹੈ। ਤੇ ਭੁਗਤ ਗਿਆਨ, ਅਸੀਂ ਗਿਆਨ ਦਾ ਚੂਰਮਾ ਛਕਦੇ ਹਾਂ। ਤੇ ਪਾਉਨੇ ਕਿੱਥੇ ਆ? ਗਿਆਨ ਕਿੱਥੇ ਹੁੰਦਾ ਹੈ? ਗਿਆਨ ਕਿੱਥੇ ਟਿਕਦਾ? ਜਿਦ ਕੋ ਦਇਆ ਵਾ, ਉਹਦੇ ਕੋ ਧਰਮ ਕਿੱਥੋਂ ਆ ਜਾਣਾ ਵਾ? ਤੇ ਮਾਰ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ। ਕੱਲ੍ਹ ਨੂੰ ਫਿਰ ਆਪਾਂ ਇਸ ਤੋਂ ਅੱਗੇ ਜਿਹੜੀਆਂ ਕੋਸ਼ਿਸ਼ ਕਰਾਂਗੇ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ। ਇਹ ਭੰਡਾਰ ਸ਼ਬਦ ਬਾਣੀ 'ਚ 3 ਵਾਰੀ ਆਉਂਦਾ ਹੈ। ਇਹ ਜਿਹੜਾ ਆਉਂਦਾ ਮਹਾਰਾਜ ਦਾ ਕਿ ਅਮੁੱਲ ਵਪਾਰੀਏ ਮੁੱਲ ਭੰਡਾਰ, ਦਇਆ ਭੰਡਾਰਨ, ਇੱਕ ਸੰਸਾਰੀ ਇੱਕ ਭੰਡਾਰੀ। ਇਹਦੀ ਵਿਆਖਿਆ ਭੰਡਾਰੀ ਤੇ ਭੰਡਾਰਨ ਤੇ ਭੰਡਾਰ ਦੀ ਵੀ ਹੋ ਗਈ ਆ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਥੋੜ੍ਹੀ ਜਿਹੀ ਗੁੰਝਲਦਾਰ ਵਿਆਖਿਆ ਵਾ ਏਕਾ ਮਾਈ ਵਾਲੀ। ਕੋਸ਼ਿਸ਼ ਕਰਾਂਗੇ, ਗੁੰਝਲ ਖੋਲ ਦਿਆਂਗੇ ਜੇ ਖੁੱਲ੍ਹ ਗਈ, ਤੇ ਨਹੀਂ ਤੇ ਫਿਰ ਸਤਨਾਮ ਹੈ। ਜਿੱਦਾਂ ਦੂਜੇ ਗਿਆਨੀ ਕਰ ਜਾਂਦੇ ਨੇ, ਅਸੀਂ ਵੀ ਇੱਧਰ ਉੱਧਰ ਜੱਬੜੀਆਂ ਮਾਰ ਕੇ ਪਰਾਂ ਤੁਰ ਜਾਵਾਂਗੇ। ਕੋਸ਼ਿਸ਼ ਕਰਾਂਗੇ, ਗੁਰੂ ਕਿਰਪਾ ਕਰੇ। ਚਲੋ ਜਿੰਨੇ ਵੀ 2-4 ਜਾਣੇ ਜਿੰਨੇ ਵੀ ਸੁਣਦੇ, ਠੀਕ ਆ ਭਾਈ, ਇੰਨਾ ਹੀ ਬੜਾ। ਸੁਣਨ ਵਾਲਾ ਇੱਕ ਹੀ ਹੋਵੇ। ਭਾਈ ਗੁਰਦਾਸ, ਇੱਕ ਸਿੱਖ ਦੋਏ ਸਾਧ ਸੰਗਤ। ਇੱਕ ਇਕੱਲਾ ਸਿੱਖ ਹੁੰਦਾ, ਲਾਗੇ ਦੂਜਾ ਬਹਿ ਕੇ ਕਥਾ ਸੁਣ ਲੇ ਤੇ ਉਹ ਸਾਧ ਸੰਗਤ। ਇਹ ਨਹੀਂ ਵੀ 500-1000 ਬੰਦਾ ਇਕੱਠਾ ਕਰ ਲਓ ਤੇ ਉਹਨੂੰ ਸੰਗਤ ਬੋਲਦੇ ਨੇ। 2 ਸਿੱਖ ਬਹਿ ਕੇ ਜਿੱਥੇ ਗਿਆਨ ਦੀ ਚਰਚਾ ਕਰਨ, ਉਹ ਸੰਗਤ ਹੁੰਦੀ ਹੈ। ਬਹੁਤੇ ਇਕੱਠਾਂ ਨੂੰ ਸੰਗਤ ਨਹੀਂ ਬੋਲਦੇ। ਆਹ ਸੰਗ ਆਉਂਦਾ ਜੀ, ਸੰਗ ਥੋੜ੍ਹਾ ਆਏ ਤੇ ਕੋਈ ਸੰਗ ਆਉਂਦਾ ਹੈ। ਸੰਗ ਇੱਦਾਂ ਥੋੜ੍ਹਾ ਆਉਂਦੇ ਹੁੰਦੇ ਭਾਈ। ਮੰਡੀਰਵਾਦ ਨੂੰ ਇਕੱਠਿਆਂ ਕਰ ਲੈਣਾ ਤੇ ਕਹਿਣਾ ਸੰਗ ਆਉਂਦੇ ਨੇ। ਸੰਗ ਨਹੀਂ ਆਉਂਦੇ, ਕੋਈ ਸੰਗ ਆਉਂਦੇ ਨਹੀਂ। ਰੱਬ ਖੈਰ ਕਰੇ, ਬਹੁਤੀ ਨਿੰਦਾ ਹੁਣ ਨਾ ਹੀ ਕਰੀਏ। ਨਿੰਦ ਕੈਸੇ ਹੀ ਚਰ ਭਰੀਏ, ਨਿੰਦ ਕੇ ਝੜ ਵੀ ਜਾਂਦੇ ਹੁੰਦੇ। ਰੱਬ ਖੈਰ ਕਰੇ। ਸਾਹਿਬ ਕਹਿੰਦੇ ਨੇ ਕਿ ਇੱਕ ਸੰਸਾਰ ਇੱਕ ਲਾਏ ਦੀ ਬਾਣ, ਜੋ ਤਿਸ ਪਾਵੇ ਤੇ ਵਿੱਚ ਲਾਏ ਜੇ ਫਰਮਾਨ। ਉਹ ਵੇਖੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਵਾਲੇ, ਉਹ ਤੇ ਵੇਖਦਾ, ਪਰ ਇਹ ਨਹੀਂ ਵੇਂਦੇ ਉਹਨੂੰ। ਇਹ ਲੰਗਰ ਦੇ ਨਾਂ ਤੇ ਲੁੱਟ ਵਰਾਈ ਇਹਨਾਂ ਨੇ, ਪੈਸਾ ਕਮਾਉਂਦੇ ਨਹੀਂ। ਇਹਨਾਂ ਦੇ ਖਿਆਲ 'ਚ ਖਣੀ ਉਹ ਵੇਂਦਾ ਨਹੀਂ ਗਾ। ਇਹ ਖੱਟੀ ਖੀਰ ਹੀ ਖਵਾਈ ਜਾਂਦੇ ਇੱਥੇ ਅੱਡੇ 'ਚ। ਇਹਨਾਂ ਦੇ ਖਿਆਲ 'ਚ ਉਹ ਵੇਂਦਾ ਨਹੀਂ। ਪੈਸਾ ਇਕੱਠਾ ਕਰ ਲਿਆ ਤੇ ਖੱਟੀ ਖੀਰ ਖਵਾਉਂਦੇ ਲੋਕਾਂ। ਪੈਸਾ ਇਕੱਠਾ ਕਰ ਲਿਆ, ਰੋਹ ਦਾ ਲੰਗਰ ਲਾਉਣਾ ਤੇ ਬਰਫੀ ਸੁੱਟੀ ਹੋਈ ਹੈ ਰੋਹ ਦੇ ਵਿੱਚ, ਕੋਈ ਪੀਂਦਾ ਨਹੀਂ। ਉੱਦਾਂ ਹੀ ਲੋਕੀ ਲੱਗ ਆਉਂਦੇ, ਸੁੰਘ ਕੇ ਲੰਘ ਜਾਂਦੇ। ਇਹਨਾਂ ਦੇ ਖਿਆਲ 'ਚ ਉਹ ਵੇਂਦਾ ਨਹੀਂ ਗਾ। ਉਹ ਵੇਖੇ, ਉਹਨਾਂ ਨਜ਼ਰ ਨਾ ਆਵੇ। ਸੰਗਤ ਨਾਲ ਤੁਸੀਂ ਧੋਖਾ ਧੜੀਆਂ ਕਰਦੇ ਹੋ। ਸੰਗਤ ਦੇ ਨਾਂ 'ਤੇ, ਲੰਗਰ ਦੇ ਨਾਂ 'ਤੇ ਪੈਸਾ ਇਕੱਠਾ ਕਰਕੇ ਤੁਸੀਂ ਬੇਈਮਾਨੀਆਂ ਪੈ ਕਰਦੇ ਹੋ। ਕਿਸ ਤਰ੍ਹਾਂ ਦੇ ਬੰਦੇ ਤੇ ਪੈਦਾ ਹੋ ਗਏ ਧਰਤੀ ਉੱਤੇ। ਰੱਬ ਖੈਰ ਕਰੇ। ਉਹ ਵੇਖੇ, ਉਹਨਾਂ ਨਜ਼ਰ ਨਾ ਬਹੁਤ ਆਏ ਵਡਾਨ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕ ਹੋਵੇਸ। ਹੁਣ ਇੱਥੇ ਸਮਾਪਤੀ ਕਰੀਏ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।